ਜਦੋਂ ਕਿਸੇ ਵਾਸਤੇ ਅਸੀਂ ਅਰਦਾਸ ਕਰਦੇ ਹਾਂ ਤਾਂ ਜ਼ਰਾ ਦੇਖੋ, ਇੱਕ ਬੰਦਾ ਕਹਿੰਦਾ ਮੈਂ ਉਹਦੇ ਵਾਸਤੇ ਬੇਨਤੀ ਕਰਨੀ ਹੈ ਆਪਣੇ ਰੱਬ ਦੇ ਅੱਗੇ। ਹੁਣ ਜਦੋਂ ਅਸੀਂ ਉਹਦੇ ਵਾਸਤੇ ਵੀ ਬੇਨਤੀ ਰੱਬ ਅੱਗੇ ਕਰਦੇ ਹਾਂ ਤਾਂ ਸਾਡਾ ਧਿਆਨ ਕਿੱਧਰ ਜੁੜਦਾ ਹੈ, ਸਾਡੇ ਹੱਥ ਕਿੱਧਰ ਜੁੜਦੇ ਆ, ਸਾਡੀ ਸੁਰਤੀ ਕਿੱਧਰ ਜਾਂਦੀ ਹੈ, ਆਪਣੇ ਮਾਲਿਕ ਦੀ ਤਰਫ ਜਾਂਦੀ ਹੈ। ਔਰ ਜਦੋਂ ਸੁਰਤੀ ਉਹਦੀ ਤਰਫ ਜਾਂਦੀ ਹੈ, ਧਿਆਨ ਉਹਦੀ ਤਰਫ ਜਾਂਦਾ ਹੈ ਤਾਂ ਉਹਦਾ ਅਸਰ ਸਾਡੇ ਤੇ ਵੀ ਹੋ ਕੇ ਰਹਿੰਦਾ ਹੈ। ਇਸ ਲਈ ਕਦੀ ਵੀ ਕਿਸੇ ਨੂੰ ਦੁਆ ਦੇਣ ਲੱਗਿਆਂ, ਕਿਸੇ ਵਾਸਤੇ ਪ੍ਰਾਰਥਨਾ ਕਰਨ ਲੱਗਿਆ ਉਹ ਚ ਕੰਜੂਸੀ ਨਾ ਕਰਿਆ ਕਰੋ। ਇਹ ਸੋਚਿਆ ਕਰੋ ਕਿ ਕਿਸੇ ਵਾਸਤੇ ਜਦੋਂ ਮੈਂ ਮੰਗਣਾ ਆ ਤਾਂ ਪ੍ਰਮਾਤਮਾ ਨੇ ਉਹ ਮੈਨੂੰ ਵੀ ਕਈ ਗੁਣਾ ਕਰਕੇ ਦੇਣਾ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਇਹ ਵੀ ਇੱਕ ਦਾਨ ਮੰਨਿਆ ਗਿਆ ਹੈ। ਪਤਾ ਕਿ ਨਹੀਂ ਇਹਦੇ ਬਾਰੇ? ਕਿ ਜਦੋਂ ਅਸੀਂ ਕਿਸੇ ਦੇ ਵਾਸਤੇ ਰੱਬ ਨੂੰ ਕਹਿੰਦੇ ਆ ਨਾ, ਪ੍ਰਮਾਤਮਾ ਇਹਦਾ ਭਲਾ ਕਰ, ਇਹ ਤੇ ਕਿਰਪਾ ਕਰ, ਇਹਨੂੰ ਖੁਸ਼ੀਆਂ ਦੇ, ਇਹਨੂੰ ਕਾਮਯਾਬੀ ਦੇ, ਤਾਂ ਇਹ ਵੀ ਇੱਕ ਸਰਬੋਤਮ ਦਾਨ ਮੰਨਿਆ ਗਿਆ ਹੈ। ਕਿਉਂਕਿ ਕੁਝ ਦਾਨਾਂ ਦੀ ਕੈਟਾਗਰੀ ਹੈ, ਕੁਛ ਦਾਨ ਐਸੇ ਹੈ ਜਿਨ੍ਹਾਂ ਦੀ ਕੈਟਾਗਰੀ ਹੈ। ਬੰਦਾ ਸੋਚਦਾ ਸ਼ਾਇਦ ਧਨ ਦਾਨ ਕਰਨਾ ਹੀ ਦਾਨ ਹੈ, ਜਾਂ ਕਿਸੇ ਨੂੰ ਕੱਪੜਾ ਦੇਣਾ ਹੀ ਦਾਨ ਹੈ, ਜਾਂ ਕਿਸੇ ਨੂੰ ਅੰਨ, ਯਾਨੀ ਕਿਸੇ ਨੂੰ ਬੰਦਾ ਨਾ ਘਰ ਦੇ ਵਿੱਚੋਂ ਦਾਣੇ ਚਾਵਲ ਜਾਂ ਕੋਈ ਚੀਜ਼ ਲਿਆ ਕੇ ਦਿੰਦਾ, ਕਹਿੰਦਾ ਇਹ ਦਾਨ ਹੈ। ਤਾਂ ਇਹ ਦੱਸਿਆ ਕਿ ਇੱਦਾਂ ਕੁਛ ਕੈਟਾਗਰੀਆਂ ਹੁੰਦੀਆਂ ਦਾਨ ਦੀਆਂ। ਕੈਟਾਗਰੀ ਸਮਝਦੇ ਹੋ ਨਾ ਤੁਸੀਂ? ਇਹਨੂੰ ਕਹਿ ਦਿੱਤਾ ਜਾਂਦਾ ਹੈ ਕਿ ਕੁਛ ਤਰ੍ਹਾਂ ਦੇ ਦਾਨ ਹੁੰਦੇ ਹੈ ਕਿ ਜਿਹਨੂੰ ਅਸੀਂ ਦਾਨ ਗਿਣਦੇ ਹਾਂ ਕਿ ਆਹ ਵੀ ਚੀਜ਼ ਦਾਨ ਹੈ, ਆਹ ਵੀ ਚੀਜ਼ ਦਾਨ ਹੈ। ਇੱਦਾਂ ਹੀ ਸਰਬੋਤਮ ਦਾਨ ਕਿਹੜਾ ਮੰਨਿਆ ਗਿਆ ਹੈ? ਜ਼ਰਾ ਧਿਆਨ ਦੇਣ ਵਾਲੀ ਗੱਲ ਹੈ। ਸਰਬੋਤਮ ਦਾਨ ਕਿਹੜਾ ਮੰਨਿਆ ਗਿਆ ਹੈ ਕਿ ਜਦੋਂ ਅਸੀਂ ਕਿਸੇ ਨੂੰ ਭੋਜਨ ਦਿੰਦੇ ਆ ਨਾ, ਤਾਂ ਜਦੋਂ ਭੋਜਨ ਦਿੰਦੇ ਆ, ਯਾਨੀ ਫਰਜ਼ ਕਰੋ ਕੋਈ ਭੁੱਖਾ ਹੈ, ਉਹਨੂੰ ਤੁਸੀਂ 2 ਰੋਟੀਆਂ ਦੇ ਦਿੱਤੀਆਂ ਜਾਂ 4 ਰੋਟੀਆਂ ਦੇ ਦਿੱਤੀਆਂ। ਹੁਣ ਤੁਸੀਂ ਕਹਿੰਦੇ ਹੋ ਮੈਂ ਰੋਟੀ ਦਾ ਦਾਨ ਕੀਤਾ। ਹੁਣ ਉਹ ਰੋਟੀ ਉਹਦੇ ਕਿੰਨੇ ਟਾਈਮ ਦਾ ਪੇਟ ਭਰੇਗੀ? ਜ਼ਰਾ ਜਵਾਬ ਦਿਓ। ਜੇ ਬੰਦਾ ਕਹਿੰਦਾ ਮੈਂ 4 ਰੋਟੀਆਂ ਦਿੱਤੀਆਂ ਹੈ, ਅਗਲਾ ਭੁੱਖਾ ਹੈ, ਤਾਂ ਇੱਕੋ ਹੀ ਟਾਈਮ ਦਾ ਅਸੀਂ ਉਹਨੂੰ ਭੋਜਨ ਦਿੱਤਾ, ਔਰ ਸ਼ਾਇਦ ਉਹ 4 ਰੋਟੀਆਂ ਖਾ ਕੇ ਵੀ ਉਹਦੀ ਭੁੱਖ ਪੂਰੀ ਨਾ ਹੋਵੇ। ਕਿਉਂਕਿ ਕਈ ਵਾਰ ਭੁੱਖ ਜ਼ਿਆਦਾ ਹੁੰਦੀ ਹੈ ਤਾਂ ਬੰਦਾ 2 ਖਾਂਦਾ, ਕੋਈ 4 ਖਾਂਦਾ, ਕੋਈ 10 ਵੀ ਖਾ ਜਾਂਦਾ ਹੈ। ਫਿਰ ਬੰਦਾ 10 ਰੋਟੀਆਂ ਖਾ ਕੇ ਫਿਰ ਕਹਿੰਦਾ ਹਾਂ ਹੁਣ ਤਸੱਲੀ ਹੋਈ ਹੈ, 1-2 ਰੋਟੀਆਂ ਨਾਲ ਤਸੱਲੀ ਨਹੀਂ ਹੋਈ। ਸੋ ਜਦੋਂ ਕਿਸੇ ਨੂੰ ਅਸੀਂ ਕੱਪੜਾ ਦਿੰਦੇ ਹਾਂ, ਹੁਣ ਕੱਪੜਾ ਦੇ ਦਿੱਤਾ, ਉਹਨੇ ਤਨ ਤੇ ਪਾ ਲਿਆ, ਠੀਕ ਹੈ ਦਾਨ ਹੈ, ਪਰ ਉਹ ਕੱਪੜਾ ਕਿੰਨੀ ਕੁ ਦੇਰ ਉਹਦੇ ਕੰਮ ਆਏਗਾ? ਇਸ ਲਈ ਸਰਬੋਤਮ ਦਾਨ ਕਿਹੜਾ ਮੰਨਿਆ ਗਿਆ ਹੈ? ਕਹਿੰਦੇ ਸਰਬੋਤਮ ਦਾਨ ਉਹ ਹੈ ਕਿ ਜਦੋਂ ਕਿਸੇ ਨੂੰ ਰੋਟੀ ਦਿੰਦੇ ਹੋ, ਚਾਹੇ ਕਿਸੇ ਦੇ ਹੱਥ ਤੇ ਕੋਈ ਧਨ ਰੱਖਦੇ ਹੋ, ਚਾਹੇ ਕਿਸੇ ਨੂੰ ਕੋਈ ਕੱਪੜਾ ਦਿੰਦੇ ਹੋ, ਉਹਦੇ ਨਾਲ ਨਾਲ ਉਹ ਪ੍ਰਮਾਤਮਾ ਅੱਗੇ ਜਦੋਂ ਤੁਸੀਂ ਇਹ ਬੇਨਤੀ ਕਰਦੇ ਹੋ ਨਾ ਕਿ ਐ ਮੇਰੇ ਮਾਲਿਕ, ਐ ਪ੍ਰਮਾਤਮਾ, ਇਹਨੂੰ ਖੁਸ਼ੀਆਂ ਦੇ, ਇਹਦੇ ਜੀਵਨ ਦੀਆਂ ਸਾਰੀਆਂ ਕਮੀਆਂ ਦੂਰ ਕਰ ਦੇ, ਤਾਂ ਕਿ ਇਹਨੂੰ ਦਰ ਤੇ ਮੰਗਣ ਦੀ ਜ਼ਰੂਰਤ ਨਾ ਰਵੇ, ਇਹਦੀ ਝੋਲੀ ਨੂੰ ਖੁਸ਼ੀਆਂ ਨਾਲ ਭਰ ਦੇ। ਇਹ ਸਰਬੋਤਮ ਦਾਨ ਹੈ। ਕਿਉਂਕਿ ਕਈ ਵਾਰ ਸਾਡੀ ਦਿੱਤੀ ਰੋਟੀ ਉਹ ਕੰਮ ਨਹੀਂ ਕਰਦੀ ਜੋ ਸਾਡੀਆਂ ਦਿੱਤੀਆਂ ਦੁਆਵਾਂ ਕਰ ਜਾਂਦੀਆਂ ਨੇ। ਸਮਝਦੇ ਹੋ ਕਿ ਨਹੀਂ? ਇਦਾਂ ਦੀ ਕਹਾਣੀ ਹਜ਼ਰਤ ਸੁਲਤਾਨ ਵਾਹੂ ਦਾ ਨਾਮ ਤੁਸੀਂ ਸੁਣਿਆ ਹੋਏਗਾ, ਕਿਉਂਕਿ ਸੁਲਤਾਨ ਵਾਹੂ ਦੇ ਬੜੇ ਕਲਾਮ ਹੈ, ਜਿਨ੍ਹਾਂ ਨੇ ਇਹ ਵੀ ਗੱਲ, ਕਲਾਮ ਬੜਾ ਮਸ਼ਹੂਰ ਹੈ ਕਿ ਇਹ ਤਨ ਮੇਰਾ ਚਸ਼ਮਾ ਹੋਵੇ, ਮੁਰਸ਼ਦ ਦੇਖਣਾ ਰੱਜਾਹੂ, ਲੂ ਲੂ ਦੇ ਮੁੱਢ ਲੱਖ ਲੱਖ ਚਸ਼ਮਾ, ਇੱਕ ਖੋਲਾ ਇੱਕ ਕੱਜਾ ਹੋ। ਇਦਾਂ ਦੇ ਕਲਾਮ ਬੋਲਣ ਵਾਲੇ ਹਜ਼ਰਤ ਸੁਲਤਾਨ ਵਾਹੂ, ਕਿਉਂਕਿ ਇਹ ਕਲਾਮ ਉਹਨਾਂ ਦਾ ਇੱਕ ਯਾਦਗਾਰੀ ਕਲਾਮ ਹੈ ਜਿਹੜਾ ਬੱਚੇ ਦੀ ਜ਼ੁਬਾਨ ਤੇ ਤਕਰੀਬਨ ਹੈ। ਤਾਂ ਇੱਥੇ ਮਿਸਾਲ ਦਿੱਤੀ ਕਿ ਉਹ ਸੁਲਤਾਨ ਵਾਹੂ ਜਿਨ੍ਹਾਂ ਨੇ ਇਦਾਂ ਦੇ ਕਲਾਮ ਬੋਲੇ, ਉਹਨਾਂ ਦੇ ਜੀਵਨ ਦਾ ਇੱਕ ਬੜਾ ਪਿਆਰਾ ਵਾਕਿਆ ਹੈ, ਉਹਨਾਂ ਦੇ ਜੀਵਨ ਦਾ ਇੱਕ ਬੜਾ ਪਿਆਰਾ ਕਿੱਸਾ ਹੈ ਕਿ ਇੱਕ ਵਾਰ ਸੁਲਤਾਨ ਵਾਹੂ ਆਪਣੇ ਕੁਟੀਆ 'ਚ ਬੈਠੇ ਹੋਏ ਸੀ, ਆਪਣੇ ਮਾਲਿਕ ਦਾ ਸਿਮਰਨ ਕਰ ਰਹੇ ਸੀ, ਕਿਉਂਕਿ ਉਹਨਾਂ ਦੀ ਕੁਟੀਆ ਦੇ ਅੰਦਰੋਂ ਹਰ ਵੇਲੇ ਪ੍ਰਮਾਤਮਾ ਦੇ ਨਾਮ ਦੀ ਧੁਨੀ ਆਉਂਦੀ ਰਹਿੰਦੀ ਸੀ। ਤਾਂ ਉੱਥੇ ਇੱਕ ਆਦਮੀ ਆਇਆ। ਜਦੋਂ ਆਦਮੀ ਆਇਆ ਤਾਂ ਆਦਮੀ ਨੇ ਆ ਕੇ ਸੁਲਤਾਨ ਵਾਹੂ ਦੇ ਅੱਗੇ ਬੇਨਤੀ ਕੀਤੀ। ਕੀ ਬੇਨਤੀ ਕੀਤੀ? ਕਹਿੰਦਾ ਮਹਾਰਾਜ ਮੈਨੂੰ ਇਹ ਗੱਲ ਦੱਸੋ ਕਿ ਮੈਂ ਜਾਣਨਾ ਚਾਹੁੰਦਾ ਕਿ ਸਭ ਤੋਂ ਬੜੀ ਨੇਕੀ ਕਿਹੜੀ ਹੈ? ਸਭ ਤੋਂ ਬੜੀ ਨੇਕੀ ਕਿਹੜੀ ਹੈ? ਨੇਕੀ ਤੁਸੀਂ ਸਮਝਦੇ ਹੋ ਨਾ, ਜਿੱਦਾਂ ਅਸੀਂ ਪਹਿਲਾਂ ਹੀ ਦੱਸਿਆ ਕਿ ਅੱਜ ਥੋੜਾ ਜਿਹਾ ਅਸੀਂ ਇਹ ਸਮਝਣਾ ਹੈ ਕਿ ਪ੍ਰਭੂ ਦੀ ਕਿਰਪਾ ਨੂੰ ਹਾਸਲ ਕਰਨ ਵਾਸਤੇ, ਪ੍ਰਭੂ ਦੀ ਖੁਸ਼ੀ ਨੂੰ ਹਾਸਲ ਕਰਨ ਵਾਸਤੇ, ਤਾਂ ਜੀਵਨ 'ਚ ਅਸੀਂ ਜੇ ਕਾਮਯਾਬੀ ਚਾਹੁੰਦੇ ਹਾਂ, ਉਹ ਕਾਮਯਾਬੀ ਹਾਸਲ ਕਰਨ ਵਾਸਤੇ ਸਾਨੂੰ ਕੀ ਕਰਨਾ ਪਏਗਾ? ਇਹਦੇ ਬਾਰੇ ਸੰਤ ਕਬੀਰ ਜੀ ਨੇ ਵੀ ਬੜਾ ਪਿਆਰਾ ਇੱਕ ਸ਼ਬਦ ਵਿੱਚ ਦੱਸਿਆ ਹੈ। ਕਬੀਰ ਸਾਹਿਬ ਕੀ ਕਹਿੰਦੇ ਹੈ? ਜ਼ਰਾ ਧਿਆਨ ਦੇਣਾ ਸੰਤ ਕਬੀਰ ਜੀ ਦੇ ਬਚਨ ਤੇ, ਕਿਉਂਕਿ ਉਹ ਵੀ ਸਾਨੂੰ ਇਹ ਦੱਸ ਰਹੇ ਹੈ ਕਿ ਅਗਰ ਤੂੰ ਆਪਣਾ ਕਲਿਆਣ ਚਾਹੁੰਦਾ ਹੈ, ਅਗਰ ਤੂੰ ਖੁਸ਼ੀਆਂ ਚਾਹੁੰਦਾ ਹੈ, ਤਾਂ ਖੁਸ਼ੀਆਂ ਕਿਹੜੀ ਚੀਜ਼ ਨਾਲ ਜੁੜੀਆਂ ਹੋਈਆਂ ਹੈ? ਉਹ ਤੇਰਾ ਕਲਿਆਣ ਕਿਸ ਤਰ੍ਹਾਂ ਹੋ ਸਕਦਾ ਹੈ? ਉਹ ਕਹਿੰਦੇ ਸਤ ਸੰਗਤ ਹਰੀ ਭਜਨ ਨਾ ਕੀਨਾ, ਸਤ ਸੰਗਤ हरि भजन न कीना, ना किया पुण्य और दान, कहे कबीर
फिर किस विधि हो तेरा कल्याण। जरा देखना कबीर वाणी कि ਉਹਦੇ 'ਚ ਕਬੀਰ ਸਾਹਿਬ ਇਸ਼ਾਰਾ ਕੀ ਕਰਦੇ ਆ। ਅੱਜ ਬੰਦਾ ਕਹਿੰਦਾ हे ਪ੍ਰਭੂ ਮੇਰਾ ਕਲਿਆਣ ਕਰ ਦੇ। हे ਪ੍ਰਭੂ ਕਲਿਆਣ ਦਾ ਮਤਲਬ ਸਮਝਦੇ ਹੋ ਨਾ ਕਿ हे ਪ੍ਰਭੂ ਮੇਰਾ ਭਲਾ ਕਰ ਦੇ, ਮੇਰੇ ਸਾਰੇ ਦੁੱਖ ਦੂਰ ਕਰ ਦੇ, ਮੇਰੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਕਰ ਦੇ, ਮੇਰੇ ਕੰਮ 'ਚ ਬਰਕਤ ਹੋਵੇ, ਮੈਨੂੰ ਅੱਛੀ ਸਿਹਤ ਦੇ, ਮੇਰੇ ਬੱਚਿਆਂ ਨੂੰ ਖੁਸ਼ੀਆਂ ਦੇ, ਯਾਨੀ ਮੇਰੇ ਘਰ 'ਚ ਕੋਈ ਕਮੀ ਨਾ ਹੋਵੇ, ਮੇਰਾ ਕਲਿਆਣ ਹੋ ਜਾਵੇ। ਹੁਣ ਕਲਿਆਣ ਸਾਰੇ ਹੀ ਚਾਹੁੰਦੇ ਆ, ਖੁਸ਼ੀਆਂ ਸਾਰੇ ਹੀ ਚਾਹੁੰਦੇ ਆ, ਪਰ ਕਬੀਰ ਸਾਹਿਬ ਇੱਥੇ ਦੱਸ ਰਹੇ ਆ ਕਿ ਕਲਿਆਣ ਦੀ ਗੱਲ ਤਾਂ ਕਰਦੇ ਆ ਕਿ ਪ੍ਰਮਾਤਮਾ ਸਾਡੇ ਤੇ ਕਿਰਪਾ ਕਰਦੇ, ਸਾਡੇ ਤੇ ਮਿਹਰ ਕਰਦੇ, ਸਾਡੇ ਤੇ ਰਹਿਮਤ ਕਰਦੇ, ਸਾਡੀਆਂ ਖਾਲੀ ਝੋਲੀਆਂ ਭਰਦੇ, ਸਾਡੀਆਂ ਤਕਲੀਫਾਂ ਦੁੱਖਾਂ ਨੂੰ ਦੂਰ ਕਰਦੇ, ਸਾਨੂੰ ਤੰਦਰੁਸਤੀ ਦੇ। ਇਹ ਮੰਗਦੇ ਤਾਂ ਸਾਰੇ ਹੀ ਹੈ, ਪਰ ਕਬੀਰ ਸਾਹਿਬ ਨੇ ਇੱਥੇ ਦੱਸਿਆ ਕਿ ਸਤ ਸੰਗਤ ਹਰੀ ਭਜਨ ਨਾ ਕੀਨਾ, ਕਿ ਤੂੰ ਕਲਿਆਣ ਤਾਂ ਚਾਹੁੰਦਾ ਹੈ, ਪ੍ਰਭੂ ਦੀ ਕਿਰਪਾ ਤਾਂ ਚਾਹੁੰਦਾ ਹੈ, ਪਰ ਦੱਸ, ਸੋਚ, ਆਪਣੇ ਅੰਦਰੋਂ ਜਵਾਬ ਦੇ ਕਿ ਕੀ ਮੈਂ ਸਤਸੰਗ 'ਚ ਜਾਂਦਾ ਹਾਂ, ਕਿ ਜਦੋਂ ਮੈਨੂੰ ਸਮਾਂ ਮਿਲਦਾ ਹੈ ਮੈਂ ਸੰਤਾਂ ਦੀ ਸੰਗਤ 'ਚ ਬਹਿੰਦਾ ਹਾਂ, ਜਾਂ ਜਦੋਂ ਮੈਨੂੰ ਸਮਾਂ ਮਿਲਦਾ ਕਿ ਮੈਂ ਆਪਣੇ ਪ੍ਰਭੂ ਦਾ ਭਜਨ ਕਰਦਾ ਹਾਂ, ਯਾਨੀ ਉਹਦਾ ਸਿਮਰਨ ਕਰਦਾ ਹਾਂ, ਉਹਨੂੰ ਯਾਦ ਕਰਦਾ ਹਾਂ। ਹੁਣ ਸਤਸੰਗ ਬੰਦਾ ਸਤਸੰਗ ਵਿੱਚ ਜਾਂਦਾ ਨਹੀਂ, ਸਤਸੰਗਤ ਕਰਦਾ ਨਹੀਂ, ਪ੍ਰਭੂ ਦੇ ਸਿਮਰਨ ਨੂੰ ਬੰਦਾ ਸਮਾਂ ਕੱਢਦਾ ਨਹੀਂ, ਔਰ ਨਾ ਕੀਆ ਪੁੰਨ ਔਰ ਦਾਨ, ਔਰ ਨਾ ਹੀ ਕੋਈ ਪੁੰਨਿਆ ਦਾ ਕੰਮ ਬੰਦਾ ਕਰਦਾ ਹੈ। ਪੁੰਨਿਆ ਤੁਸੀਂ ਸਮਝਦੇ ਹੋ ਨਾ, ਪੁੰਨ ਦੇ ਵਿੱਚ ਬਹੁਤ ਕੁਝ ਆ ਜਾਂਦਾ ਹੈ, ਔਰ ਨਾ ਕਬੀਰ ਸਾਹਿਬ ਕਹਿੰਦੇ ਤੂੰ ਪੁੰਨਿਆ ਦਾ ਕੋਈ ਕੰਮ ਕਰਦਾ ਹੈ, ਨਾ ਤੂੰ ਕੋਈ ਦਾਨ ਕਰਦਾ ਹੈ ਕਿ ਇਹਨਾਂ ਹੱਥਾਂ ਨਾਲ ਮੈਂ ਕੁਛ ਰੱਬ ਦੇ ਰਸਤੇ ਲਾਵਾਂ। ਔਰ ਜੇ ਤੂੰ ਸਤਸੰਗ ਵਿੱਚ ਨਹੀਂ ਜਾਂਦਾ, ਪ੍ਰਭੂ ਦਾ ਸਿਮਰਨ ਨਹੀਂ ਕਰਦਾ, ਕੋਈ ਪੁੰਨਿਆ ਦਾ ਕੰਮ ਨਹੀਂ ਕਰਦਾ, ਕੋਈ ਦਾਨ ਨਹੀਂ ਕਰਦਾ, ਤਾਂ ਫਿਰ ਤੇਰਾ ਕਲਿਆਣ ਕਿਸ ਤਰ੍ਹਾਂ ਹੋ ਸਕਦਾ ਹੈ। ਇਹ ਉਸੇ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਘਰ ਦਾ ਦਰਵਾਜ਼ਾ ਬੰਦ ਹੈ ਨਾ, ਤਾਂ ਜੇ ਉਹ ਦਰਵਾਜ਼ਾ ਖੁੱਲੇਗਾ ਫੇਰ ਹੀ ਤੂੰ ਘਰ ਦੇ ਅੰਦਰ ਦਾਖਲ ਹੋ ਸਕਦਾ ਹੈ। ਤਾਂ ਇਸੇ ਤਰ੍ਹਾਂ ਜਦੋਂ ਤੂੰ ਸਤਸੰਗ ਵਿੱਚ ਜਾਂਦਾ ਹੈ, ਪ੍ਰਭੂ ਦਾ ਸਿਮਰਨ ਕਰਦਾ ਹੈ, ਅੱਛਾਈ ਦੇ ਕੰਮ ਕਰਦਾ ਹੈ, ਔਰ ਇਹਨਾਂ ਹੱਥਾਂ ਨਾਲ ਦਾਨ ਪੁੰਨ ਦਾ ਕੰਮ ਕਰਦਾ ਹੈ, ਤਾਂ ਫਿਰ ਪ੍ਰਭੂ ਦੀ ਕਿਰਪਾ ਦਾ ਦਰਵਾਜ਼ਾ ਆਪਣੇ ਆਪ ਹੀ ਖੁੱਲ ਜਾਂਦਾ ਹੈ, ਔਰ ਤੂੰ ਆਸਾਨੀ ਨਾਲ ਅੰਦਰ ਚਲਾ ਜਾਂਦਾ ਹੈ। ਪਰ ਜੇ ਹੁਣ ਕਮਰੇ ਦੀ ਚਾਬੀ ਨਾ ਹੋਵੇ ਤਾਂ ਬੰਦਾ ਬਾਹਰ ਹੀ ਖੜਾ ਰਵੇ, ਤਾਂ ਫਿਰ ਉਹੀ ਚੱਕਰ ਹੈ ਕਿ ਬੰਦਾ ਬਾਹਰੋਂ ਗਈ ਜਾ, ਪ੍ਰਮਾਤਮਾ ਦਰਵਾਜ਼ਾ ਖੋਲ ਦੇ, ਪ੍ਰਮਾਤਮਾ ਦਰਵਾਜ਼ਾ ਖੋਲ ਦੇ। ਰੱਬ ਨੇ ਕਹਿਣਾ ਮੈਂ ਤਾਂ ਦਰਵਾਜ਼ਾ ਖੋਲ੍ਹਣ ਨੂੰ ਤਿਆਰ ਹਾਂ ਭਾਈ, ਚਾਬੀ ਤੇਰੇ ਹੱਥ 'ਚ ਹੋਵੇ ਤਾਂ ਕਹਿਣ ਦੀ ਵੀ ਲੋੜ ਨਹੀਂ, ਘੁਮਾ ਖੋਲ ਲੈ। ਇਸੇ ਤਰ੍ਹਾਂ ਸਾਡੇ ਜੋ ਕਰਮ ਹੁੰਦੇ ਆ ਨਾ, ਅੱਛਾਈ ਦੇ ਕਰਮ, ਚਾਹੇ ਅਸੀਂ ਸਤਸੰਗ 'ਚ ਬਹਿੰਦੇ ਹਾਂ, ਪ੍ਰਭੂ ਦਾ ਸਿਮਰਨ ਕਰਦੇ ਹਾਂ, ਦਾਨ ਪੁੰਨ ਕਰਦੇ ਹਾਂ, ਨੇਕੀ ਦੇ ਕੰਮ ਕਰਦੇ, ਤਾਂ ਉਹ ਚਾਬੀ ਹੈ ਕਿ ਜਦੋਂ ਅਸੀਂ ਇਹ ਚਾਬੀ ਲਾਉਂਦੇ ਤਾਂ ਦਰਵਾਜ਼ੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ, ਆਪਣੇ ਆਪ ਹੀ ਖੁੱਲਦੇ ਚਲੇ ਜਾਂਦੇ। ਹੁਣ ਇੱਥੇ ਸਮਝਣ ਵਾਲੀ ਗੱਲ ਇਹੀ ਹੈ ਕਿ ਬੰਦਾ ਫਰਿਆਦਾਂ ਤਾਂ ਬਹੁਤ ਕਰਦਾ ਹੈ, ਅਰਦਾਸਾਂ ਤਾਂ ਬਹੁਤ ਕਰਦਾ ਹੈ, ਪਰ ਦਾਨ ਪੁੰਨ, ਸਿਮਰਨ, ਸੰਤਾਂ ਦੀ ਸੋਹਬਤ, ਸੰਤਾਂ ਦੀ ਸੰਗਤ, ਇਹ ਕਰਨ ਦੀ ਬੰਦਾ ਕਦੀ ਕੋਸ਼ਿਸ਼ ਨਹੀਂ ਕਰਦਾ। ਹੁਣ ਇਹ ਤਾਂ ਉਸੇ ਤਰ੍ਹਾਂ ਹੁੰਦਾ ਨਾ, ਜਿੱਦਾਂ ਅਸੀਂ ਕਈ ਵਾਰ ਦੱਸਦੇ ਹਾਂ ਕਿ ਬੰਦਾ ਤੰਦਰੁਸਤੀ ਤਾਂ ਚਾਹੁੰਦਾ ਹੈ, ਪਰ ਤੰਦਰੁਸਤੀ ਵਾਲਾ ਕੰਮ ਕੋਈ ਬੰਦਾ ਕਰਦਾ ਨਹੀਂ ਹੈ, ਨਾ ਸੈਰ ਕਰਨ ਜਾਂਦਾ ਹੈ, ਨਾ ਕੋਈ ਕਸਰਤ ਕਰਦਾ ਹੈ, ਨਾ ਕੋਈ ਯੋਗਾ ਕਰਦਾ ਹੈ, ਨਾ ਹੀ ਕੋਈ ਅੱਛਾ ਭੋਜਨ ਖਾਂਦਾ ਹੈ, ਨਾ ਹੀ ਕੋਈ ਆਪਣੇ ਟਾਈਮ ਸਿਰ ਸੌਣ ਦਾ ਕੋਈ ਖਿਆਲ ਰੱਖਦਾ ਹੈ, ਨਾ ਹੀ ਸਵੇਰੇ ਉੱਠਣ ਦਾ ਖਿਆਲ ਰੱਖਦਾ। ਜਾਨੀ ਚਾਹੁੰਦਾ ਤੰਦਰੁਸਤੀ ਹੈ, ਪਰ ਕੰਮ ਕੋਈ ਉਹ ਕਰਦਾ ਨਹੀਂ ਹੈ ਜਿੰਨਾ ਤੰਦਰੁਸਤੀ ਮਿਲੇ। ਬੱਚਾ ਚਾਹੁੰਦਾ ਤਾਂ ਹੈ ਕਿ ਮੈਂ ਪੜ੍ਹ ਲਿਖ ਜਾਵਾਂ, ਪਰ ਸਕੂਲ ਨਹੀਂ ਮੈਂ ਜਾਣਾ, ਸਕੂਲ ਜਾਣਾ ਪਸੰਦ ਨਹੀਂ ਹੈ, ਤਾਂ ਰੱਬ ਕੋਲੋਂ ਮੰਗੀ ਜਾਵੇ ਘਰ ਬੈਠਾ, ਹੇ ਪ੍ਰਮਾਤਮਾ ਮੈਨੂੰ ਡਿਗਰੀਆਂ ਦੇ ਦੇ, ਹੇ ਪ੍ਰਮਾਤਮਾ ਮੈਨੂੰ ਪੜ੍ਹਨਾ ਆ ਜਾਵੇ, ਲਿਖਣਾ ਆ ਜਾਵੇ, ਸਭ ਕੁਝ ਆ ਜਾਵੇ। ਤਾਂ ਰੱਬ ਕਹਿੰਦਾ ਭਾਈ ਸਕੂਲ ਜਾ, ਮਿਹਨਤ ਕਰ, ਸਭ ਕੁਝ ਆ ਜਾਏਗਾ, ਮੈਨੂੰ ਤੰਗ ਕਰਨ ਦੀ ਕੀ ਜ਼ਰੂਰਤ ਹੈ। ਸਮਝਦੇ ਹੋ ਕਿ ਨਹੀਂ? ਹੁਣ ਕੋਈ ਬੱਚਾ ਤੁਹਾਡਾ, ਫਰਜ਼ ਕਰੋ ਤੁਸੀਂ ਬੱਚੇ ਨੂੰ ਸਾਈਕਲ ਲੈ ਦਿੱਤਾ, ਬੱਚੇ ਦੀ ਉਮਰ 13-14 ਸਾਲ ਦੀ ਹੈ, ਉਦਾਹਰਨ ਦੇ ਰਹੇ ਇੱਕ, ਤੁਸੀਂ ਬੱਚੇ ਨੂੰ ਸਾਈਕਲ ਲੈ ਦਿੱਤਾ, ਤਾਂ ਹੁਣ ਬੱਚਾ ਤੁਹਾਨੂੰ ਕਹੀ ਜਾਵੇ ਮੰਮੀ, ਕਿਉਂਕਿ ਅਸਲੇ ਮੰਮੀਆਂ ਜ਼ਿਆਦਾ ਬੈਠੀਆਂ ਨੇ ਇੱਥੇ, ਇਸ ਕਰਕੇ ਮੰਮੀ ਦੀ ਗੱਲ ਕਰ ਲੈਂਦੇ ਆ ਕਿ ਮੰਮੀ ਮੈਨੂੰ ਸਾਈਕਲ ਚਲਾਉਣਾ ਨਹੀਂ ਆਉਂਦਾ, ਮੈਂ ਸਾਈਕਲ ਚਲਾਉਣਾ ਮੈਨੂੰ ਆ ਜਾਵੇ, ਮੈਨੂੰ ਸਾਈਕਲ ਚਲਾਉਣਾ ਆ ਜਾਵੇ, ਮੰਮੀ ਮੈਨੂੰ ਸਾਈਕਲ ਚਲਾਉਣਾ ਆ ਜਾਵੇ, ਜਾਂ ਪਾਪਾ ਮੈਨੂੰ ਸਾਈਕਲ ਚਲਾਉਣਾ ਆ ਜਾਵੇ। ਤਾਂ ਮਾਂ ਬਾਪ ਨੇ ਕਹਿਣਾ ਕੀ ਰੌਲਾ ਪਾਇਆ, ਉਹ ਖੜਾ ਸਾਈਕਲ ਸਿੱਖ, ਚੱਲ ਅਸੀਂ ਤੇਰੀ ਹੈਲਪ ਕਰਦੇ ਹਾਂ, ਕੋਸ਼ਿਸ਼ ਤਾਂ ਕਰ ਤੂੰ। ਨਹੀਂ ਮੰਮੀ ਸਾਈਕਲ ਤੇ ਨਹੀਂ ਮੈਂ ਬੈਠਣਾ, ਡਿੱਗ ਜਾਊਂਗਾ, ਲੱਤ ਬਾਂਹ ਟੁੱਟ ਜਾਏਗੀ ਮੇਰੀ, ਬਸ ਇੱਦਾਂ ਹੀ ਆ ਜਾਵੇ, ਕੁਛ ਕਰ ਇੱਦਾਂ ਦਾ। ਤਾਂ ਮਾਂ ਕਿੰਨਾ ਕੁ ਦੁੱਖ, ਮਾਂ ਨੇ ਕਹਿਣਾ ਪਰੇਸ਼ਾਨ ਹੋ ਗਈ ਮੈਂ ਤੇਤੋਂ, ਕੋਈ ਇੱਦਾਂ ਹੀ ਤੈਨੂੰ ਆ ਜਾਏਗਾ, ਜਦ ਤੱਕ ਬੈਠੇਗਾ ਨਹੀਂ, ਇੱਕ ਅੱਧੀ ਵਾਰ ਗਿਰਿਆ ਤਾਂ ਫਿਰ ਕੀ ਹੈ, ਕਿਉਂਕਿ ਗਿਰ ਕੇ ਹੀ ਬੰਦਾ ਸਿੱਖਦਾ ਹੈ। ਸਮਝ ਆ ਰਹੀ ਕਿ ਨਹੀਂ? ਕਿਉਂਕਿ ਸਾਈਕਲ ਸਿੱਖਣ ਵਾਸਤੇ ਸਾਈਕਲ ਤੇ ਸਵਾਰ ਹੋਣਾ, ਪੈਡਲ ਮਾਰਨੇ, ਕੋਸ਼ਿਸ਼ ਕਰਨਾ ਬੜਾ ਜ਼ਰੂਰੀ ਹੈ। ਹੁਣ ਬੱਚਾ ਕੁਰਸੀ ਤੇ ਬੈਠਾ ਹੋਵੇ, ਉੱਥੇ ਗਈ ਮੰਮੀ ਸਾਈਕਲ ਨਹੀਂ ਆਉਂਦਾ, ਮੰਮੀ ਸਾਈਕਲ ਨਹੀਂ ਆਉਂਦਾ, ਮੈਨੂੰ ਸਾਈਕਲ ਆ ਜਾਵੇ। ਮੰਮੀ ਤੂੰ ਕੀ ਕਰਦੀ ਆ, ਮੈਨੂੰ ਸਾਈਕਲ ਕਿਉਂ ਨਹੀਂ ਆਉਂਦਾ, ਕਾਹਦੀ ਤੂੰ ਮਾਂ ਮੇਰੀ? ਮਾਂ ਨੇ ਕਹਿਣਾ ਕਮਾਲ ਦੀ ਗੱਲ ਹੈ, ਮੈਨੂੰ ਕੀ ਹੈ, ਮੈਨੂੰ ਕਿਉਂ ਦੋਸ਼ ਦੇ ਰਿਹਾ ਹੈ, ਸਿੱਖਦਾ ਤੂੰ ਨਹੀਂ, ਤੁਰਦਾ ਤੂੰ ਨਹੀਂ, ਡਰਦਾ ਤੂੰ ਹੈ, ਤਾਂ ਦੋਸ਼ ਮੈਨੂੰ ਦੇਈ ਜਾ ਰਿਹਾ ਕਿ ਮੰਮੀ ਮੈਨੂੰ ਸਾਈਕਲ ਨਹੀਂ ਸਿਖਾਉਂਦੀ ਤੂੰ, ਜਾਂ ਮੈਨੂੰ ਸਾਈਕਲ ਨਹੀਂ ਆਉਂਦਾ।
ਇਹੀ ਹਾਲਤ ਬੰਦੇ ਦੀ ਰੱਬ ਨਾਲ ਵੀ ਹੈ। ਰੱਬ ਨੂੰ ਬੰਦਾ ਕੀ ਕਹਿੰਦਾ ਹੈ? ਰੱਬਾ ਮੇਰੇ ਤੇ ਕਿਰਪਾ ਨਹੀਂ ਕਰਦਾ, ਰੱਬਾ ਮੇਰੀਆਂ ਝੋਲੀਆਂ ਨਹੀਂ ਭਰਦਾ, ਰੱਬਾ ਮੈਨੂੰ ਤੰਦਰੁਸਤੀ ਨਹੀਂ ਦਿੰਦਾ। ਹੁਣ ਇੱਥੇ ਬਹੁਤ ਜੀਵ ਹੋਣਗੇ ਜਿਨ੍ਹਾਂ ਨੂੰ ਕੋਈ ਨਾ ਕੋਈ ਬਿਮਾਰੀ, ਕੋਈ ਨਾ ਕੋਈ ਪ੍ਰੋਬਲਮ ਹੈ। ਰੱਬ ਨੂੰ ਕਹਿਣਗੇ ਰੱਬਾ ਤੰਦਰੁਸਤੀ ਦੇ। ਉਹ ਰੱਬ ਨੇ ਕਹਿਣਾ ਤੰਦਰੁਸਤੀ ਤਾਂ ਮੈਂ ਰੱਖੀ ਹੋਈ ਹੈ, ਤੂੰ ਤੰਦਰੁਸਤੀ ਪਾਉਣ ਵਾਸਤੇ ਕਰ ਕੀ ਰਿਹਾ ਹੈ? ਤੂੰ ਕਰ ਕੀ ਰਿਹਾ ਹੈ? ਕਿ ਟਾਈਮ ਨਾਲ ਸੌਣ ਦੀ ਆਦਤ ਹੈ ਔਰ ਸਵੇਰੇ ਅੰਮ੍ਰਿਤ ਵੇਲੇ ਉੱਠਣ ਦੀ ਆਦਤ ਹੈ, ਕਿ ਅੱਛਾ ਭੋਜਨ ਕਰਨ ਦੀ ਆਦਤ ਹੈ, ਪਰ ਨਹੀਂ ਦੇਖਣਾ ਸਵਾਦਾਂ ਨੂੰ ਹੈ, ਖਾਣਾ ਅਸੀਂ ਉਹਨਾਂ ਚੀਜ਼ਾਂ ਨੂੰ ਹੈ ਜਿੱਥੇ ਬੰਦੇ ਨੂੰ ਸਵਾਦ ਤਾਂ ਦੀਦਾ ਹੈ, ਤੰਦਰੁਸਤੀ ਨਹੀਂ ਦੀਦੀ। ਫਿਰ ਬੰਦਾ ਨੇ ਕਹਿਣਾ ਰੱਬ ਨੂੰ, ਰੱਬਾ ਤੂੰ ਤੰਦਰੁਸਤੀ ਕਿਉਂ ਨਹੀਂ ਦਿੰਦਾ? ਪਿਛਲੇ 5 ਸਾਲ ਤੋਂ ਮੈਂ ਤੇਰੇ ਅੱਗੇ ਪ੍ਰਾਰਥਨਾ ਕਰ ਰਿਹਾ। ਕਮਾਲ ਦੀ ਗੱਲ ਹੈ। ਹੁਣ ਉੱਥੇ ਪ੍ਰਮਾਤਮਾ ਵੀ ਕਹੇਗਾ ਕਿ ਹਰ ਚੀਜ਼ ਮੈਂ ਰੱਖੀ ਹੋਈ ਹੈ, ਪਰ ਉਹਨੂੰ ਹਾਸਲ ਕਰਨ ਵਾਸਤੇ ਤੈਨੂੰ ਚੱਲ ਕੇ ਉੱਥੇ ਤੱਕ ਪਹੁੰਚਣਾ ਪਏਗਾ। ਸਮਝਦੇ ਹੋ ਕਿ ਨਹੀਂ? ਕਿਉਂਕਿ ਤੁਸੀਂ ਦੇਖਦੇ ਹੋ ਨਾ ਦੁਨੀਆ, ਸੰਸਾਰ ਦੇ ਉੱਪਰ ਤੁਸੀਂ ਦੇਖਦੇ ਹੋ ਕਿ ਕੁਝ ਇਨਸਾਨ ਅੱਗੇ ਵੱਧਦੇ ਚਲੇ ਜਾਂਦੇ, ਕੁਝ ਉੱਠ ਕੇ ਬੈਠੇ ਹੈ। ਤਾਂ ਬੰਦਾ ਕਹਿੰਦਾ ਰੱਬਾ ਉਹ ਹੁੰਦਾ ਤੰਦਰੁਸਤ ਹੈ, ਮੈਂ ਇੱਦਾਂ ਬਿਮਾਰ ਹਾਂ, ਉਹ ਇੰਨਾ ਅਮੀਰ ਆ, ਮੈਂ ਇੱਦਾਂ ਗਰੀਬ ਹਾਂ, ਉਹਨੂੰ ਤਰੱਕੀ ਮਿਲੀ ਜਾਂਦੀ ਹੈ, ਮੈਨੂੰ ਤਰੱਕੀ ਨਹੀਂ ਮਿਲਦੀ। ਇੱਦਾਂ ਬੰਦਾ ਦੋਸ਼ ਦਿੰਦਾ ਰੱਬ ਨੂੰ ਕਿ ਰੱਬਾ ਇਹ ਕਿ ਤੂੰ ਦੁਨੀਆ ਬਣਾਈ ਹੈ। ਤਾਂ ਯਾਦ ਰੱਖੋ, ਹੁਣ ਇਹ ਸੂਰਜ ਰੱਬ ਨੇ ਚੜਾਇਆ ਹੈ, ਇਹ ਸਾਰਿਆਂ ਵਾਸਤੇ ਇੱਕੋ ਹੀ ਤਰ੍ਹਾਂ ਚੜਿਆ ਹੈ। ਸਮਝਦੇ ਹੋ ਕਿ ਨਹੀਂ? ਧਰਤੀ ਰੱਬ ਨੇ ਬਣਾਈ ਹੈ, ਸਾਰਿਆਂ ਵਾਸਤੇ ਇੱਕੋ ਹੀ ਤਰ੍ਹਾਂ ਦੀ ਬਣਾਈ ਹੈ। ਹੁਣ ਇਸ ਵੇਲੇ ਮੌਸਮ ਜੋ ਹੈ ਰੱਬ ਨੇ ਸਾਰਿਆਂ ਵਾਸਤੇ ਇੱਕੋ ਹੀ ਤਰ੍ਹਾਂ ਦਾ ਬਣਾਇਆ ਹੈ। ਹੁਣ ਇਹਦਾ ਉਪਯੋਗ ਅਸੀਂ ਕਿੱਦਾਂ ਕਰਨਾ ਹੈ, ਉਹ ਸਾਡੇ ਤੇ ਰੱਬ ਨੇ ਛੱਡਿਆ ਹੋਇਆ ਹੈ। ਸਮਝਦੇ ਹੋ ਕਿ ਨਹੀਂ? ਨਦੀ ਵਗਦੀ ਹੈ, ਇੱਕ ਬੰਦਾ ਜਾਂਦਾ ਹੈ ਨਦੀ ਚੋਂ ਪਾਣੀ ਭਰ ਕੇ ਲੈ ਆਂਦਾ ਹੈ, ਤਾਂ ਦੂਜਾ ਜਾਂਦਾ ਹੈ ਉਹ ਨਹੀਂ ਪਾਣੀ ਲੈ ਕੇ ਆਂਦਾ, ਬਾਅਦ ਚੋਂ ਰੱਬ ਨੂੰ ਕਹੇ ਰੱਬਾ ਕਮਾਲ ਦੀ ਗੱਲ ਹੈ, ਉਹਦੇ ਘਰ 'ਚ ਪਾਣੀ ਭਰਿਆ ਹੋਇਆ ਘੜਿਆਂ 'ਚ, ਮੇਰਾ ਘਰ ਖਾਲੀ ਹੈ, ਤੂੰ ਇਹ ਕੀ ਫਰਕ ਕਰਦਾ ਹੈ? ਤਾਂ ਰੱਬ ਨੇ ਕਹਿਣਾ ਭਾਈ ਮੇਰੀ ਤਾਂ ਨਦੀ ਵਗ ਹੀ ਰਹੀ ਹੈ, ਉਹ ਲੈ ਗਿਆ ਤੂੰ ਵੀ ਲੈ ਜਾ। ਕੋਸ਼ਿਸ਼ ਤਾਂ ਤੈਨੂੰ ਕਰਨੀ ਪਏਗੀ ਨਾ। ਉਹ ਮੇਰੀ ਸੂਰਜ ਦੀ ਰੋਸ਼ਨੀ ਤੋਂ ਫਾਇਦਾ ਉਠਾ ਰਿਹਾ ਹੈ, ਤੂੰ ਵੀ ਫਾਇਦਾ ਉਠਾ ਲੈ। ਕਿਉਂਕਿ ਮੈਂ ਤਾਂ ਫਰਕ ਤਾਂ ਕਰਾਂ ਕਿ ਜੇ ਉਹਦੇ ਵਾਸਤੇ ਉਜਾਲਾ ਹੋਵੇ ਤਾਂ ਤੇਰੇ ਵਾਸਤੇ ਹਨੇਰਾ ਹੋਵੇ। ਕਿ ਲੈ ਵੀ ਉਹਨੂੰ ਰੋਸ਼ਨੀ ਮਿਲ ਰਹੀ ਹੈ, ਉਹ ਇੱਥੇ ਖੜਾ, ਉਹਦੀ ਤਾਂ ਰੋਸ਼ਨੀ ਮਿਲ ਰਹੀ ਹੈ, ਮੈਂ ਵੀ ਇੱਥੇ ਖੜਾ, ਮੈਨੂੰ ਹਨੇਰਾ ਮਿਲ ਰਿਹਾ ਹੈ। ਜ਼ਰਾ ਸਮਝਣਾ ਸਾਰਿਆਂ ਨੇ, ਪਰਮਾਤਮਾ ਨੇ ਸਭ ਨੂੰ ਇੱਕੋ ਹੀ ਟਾਈਮ ਦਿੱਤਾ ਹੈ। ਸਮਝ ਦਿੱਤਾ ਹੈ ਕਿ ਨਹੀਂ? ਅੱਛਾ ਤੁਹਾਡੇ ਸਾਰਿਆਂ ਕੋਲ ਕਿੰਨਾ ਟਾਈਮ ਹੈ? ਕੋਈ ਹੈ ਇੱਥੇ ਇਦਾਂ ਦਾ ਕਿ ਜਿਹੜਾ ਕਹੇ ਮੇਰੇ ਕੋਲ 18 ਘੰਟੇ ਹੈ, ਦੂਜਾ ਕਹੇ ਮੇਰੇ ਕੋਲ 24 ਘੰਟੇ ਹੈ, ਤੀਜਾ ਕਹੇ ਮੇਰੇ ਕੋਲ 23 ਘੰਟੇ ਹੈ, ਇਹਦੇ ਕੋਲ 24 ਘੰਟੇ ਹੈ, ਜਾਂ ਉਹਦੇ ਕੋਲ 26 ਘੰਟੇ ਹੈ? ਹੈ ਕੋਈ ਇਦਾਂ ਦਾ? ਸਾਰਿਆਂ ਕੋਲ ਕਿੰਨੇ ਘੰਟੇ ਹੈ? ਦਿਨ ਔਰ ਰਾਤ ਵਿੱਚ 24 ਹੈ ਨਾ। ਰੱਬ ਨੇ ਫਰਕ ਕੀਤਾ ਕਿਸੇ ਨੇ? ਹੁਣ ਅਸੀਂ ਉਦਾਹਰਨ ਲਈਏ ਕਿ ਚਾਹੇ ਕੋਈ ਬੜੇ ਤੋਂ ਬੜਾ ਸਾਇੰਟਿਸਟ ਹੈ, ਉਹਦੇ ਕੋਲ ਵੀ 24 ਘੰਟੇ ਸੀ, ਚਾਹੇ ਕੋਈ ਬੜੇ ਤੋਂ ਬੜਾ ਬਿਜ਼ਨਸਮੈਨ ਹੈ ਬਿਲ ਗੇਟਸ ਵਰਗੇ, ਉਹਦੇ ਕੋਲ ਵੀ 24 ਘੰਟੇ ਸੀ, ਤਾਂ ਚਾਹੇ ਕੋਈ ਰੋਡ ਤੇ ਮੰਗਣ ਵਾਲਾ ਭਿਖਾਰੀ ਹੈ, ਉਹਦੇ ਕੋਲ ਵੀ 24 ਘੰਟੇ। ਰੱਬ ਸਾਰਿਆਂ ਨੂੰ 24 ਘੰਟੇ ਦਿੰਦਾ ਹੈ, ਪਰ ਉਹ 24 ਘੰਟਿਆਂ ਦਾ ਉਪਯੋਗ ਅਸੀਂ ਕਿੱਦਾਂ ਕਰਦੇ ਹਾਂ, ਇਹ ਰੱਬ ਨੇ ਸਾਡੇ ਤੇ ਛੱਡਿਆ ਹੈ। ਔਰ ਜਿਹੜਾ ਜਿੱਦਾਂ ਦਾ ਉਹਦਾ ਉਪਯੋਗ ਕਰੇਗਾ ਉਦਾਂ ਦਾ ਲਾਭ ਉਹ ਤੋਂ ਹਾਸਲ ਕਰ ਲੇਗਾ। ਹੁਣ ਅਸੀਂ ਕੀ ਕਰ ਰਹੇ ਹਾਂ? ਅਸੀਂ ਦਰਅਸਲ ਉਹ ਜਿਹੜੇ 24 ਘੰਟੇ ਹੁੰਦੇ ਨਾ, ਜ਼ਿਆਦਾਤਰ ਜਾਂ ਤਾਂ ਸੌਣ ਵਿੱਚ, ਜਾਂ ਖਾਣ ਵਿੱਚ, ਜਾਂ ਝਗੜਨ 'ਚ, ਜਾਂ ਨਿੰਦਿਆ 'ਚ, ਜਾਂ ਫਿਰ ਆ ਮੋਬਾਈਲ ਲੈ ਕੇ ਉੱਤੇ ਫਿਲਮਾਂ ਦੇਖਣ ਜਾਂ ਟੀਵੀ ਦੇਖਣ 'ਚ, ਯਾਨੀ ਉਹ 24 ਘੰਟੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਵਿਅਰਥ ਕਰ ਦਿੰਦੇ ਹਾਂ, ਜਿਨ੍ਹਾਂ 'ਚ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ, ਬਹੁਤ ਕੁਝ ਸਮਝ ਸਕਦੇ ਹਾਂ, ਆਪਣੇ ਜੀਵਨ ਵਾਸਤੇ ਬਹੁਤ ਕੁਝ ਕਰ ਸਕਦੇ ਹਾਂ, ਆਪਣੇ ਰੱਬ ਦੀਆਂ ਰਹਿਮਤਾਂ ਨੂੰ ਹਾਸਲ ਕਰਨ ਵਾਸਤੇ ਬਹੁਤ ਕੁਝ ਕਰ ਸਕਦੇ ਹਾਂ। ਪਰ ਅਸੀਂ ਉਹ ਕਰਨ ਦੀ ਬਜਾਏ ਕੀ ਕਰਦੇ ਹਾਂ? ਉਹਨਾਂ ਨੂੰ ਬੇਕਾਰ ਵਿੱਚ। ਬੰਦਾ ਕਹਿੰਦਾ ਹੁਣ ਘੰਟੇ ਦਾ ਟਾਈਮ ਹੈ, ਚਲੋ ਟੀਵੀ ਲਾ ਲਓ। ਹੁਣ ਨਾ ਘੰਟੇ ਦਾ ਟਾਈਮ ਹੈ, ਚਲੋ ਸੌਂ ਹੀ ਲਈਏ। ਹੁਣ ਘੰਟੇ ਦਾ ਟਾਈਮ ਹੈ, ਚਲੋ ਬੈਠ ਕੇ ਫੋਨ ਤੇ ਗੱਪਾਂ ਹੀ ਮਾਰ ਲਈਏ। ਬਹੁਤ ਕੁਝ ਤੁਸੀਂ ਕਰ ਸਕਦੇ ਹੋ। ਸਮਝਦੇ ਹੋ ਕਿ ਨਹੀਂ? ਕਿਉਂਕਿ ਜਿਨ੍ਹਾਂ ਨੂੰ ਪਤਾ ਹੈ ਕਿ ਮੇਰੀ ਹੈਲਥ ਠੀਕ ਨਹੀਂ, ਉਹਨਾਂ ਨੂੰ ਹੁੰਦਾ ਹੈ ਕਿ ਜੇ ਹੈਲਥ ਠੀਕ ਨਹੀਂ ਤਾਂ ਇਹ ਟਾਈਮ ਫਾਲਤੂ ਗਵਾਉਣ ਨਾਲੋਂ ਚੰਗਾ ਮੈਂ ਕੁਛ ਨਾ ਕੁਛ ਐਸਾ ਸਿੱਖ ਸਕਦਾ ਹਾਂ, ਕੁਛ ਨਾ ਕੁਛ ਐਸਾ ਕਰ ਸਕਦਾ ਕਿ ਮੇਰੀ ਹੈਲਥ ਠੀਕ ਹੋ ਜਾਵੇ। ਬੋਲੋ ਸਮਝਦੇ ਹੋ ਕਿ ਨਹੀਂ? ਪਰ ਬੰਦਾ ਨਹੀਂ, ਜੋ ਜੀਵਨ ਵਾਸਤੇ ਅੱਛਾ ਹੈ ਉਧਰ ਟਾਈਮ ਨਹੀਂ ਦੇਣਾ ਬੰਦੇ ਨੇ। ਹੁਣ ਕਈ ਵਾਰ ਬੰਦਾ ਕਹਿੰਦਾ ਹੈ ਮੇਰੇ ਘਰ 'ਚ ਸ਼ਾਂਤੀ ਹੈ ਨਹੀਂ, ਮੇਰੇ ਘਰ 'ਚ ਖੁਸ਼ੀ ਹੈ ਨਹੀਂ। ਜ਼ਰਾ ਸਮਝਣਾ, ਜੇ ਸਾਡੇ ਕੋਲ ਥੋੜਾ ਟਾਈਮ ਵੀ ਹੈ ਨਾ, ਤੇ ਅਸੀਂ ਬਹੁਤ ਕੁਝ ਐਸਾ ਕਰ ਸਕਦੇ ਜਿੰਨਾ ਸਾਡੇ ਘਰ 'ਚ ਸ਼ਾਂਤੀ ਆਵੇ, ਸਾਡੇ ਜੀਵਨ 'ਚ ਖੁਸ਼ੀ ਆਵੇ। ਹੁਣ ਸ਼ਾਂਤੀ ਕਿੱਦਾਂ ਆਏਗੀ, ਖੁਸ਼ੀ ਕਿੱਦਾਂ ਆਏਗੀ? ਜੇ ਤੁਸੀਂ ਅੱਧਾ ਘੰਟਾ ਟਾਈਮ ਕੱਢ ਕੇ ਧਿਆਨ ਤੇ ਬੈਠੋ, ਸਿਮਰਨ ਨਾਲ ਜੁੜੋ, ਤਾਂ ਤੁਹਾਡਾ ਮਨ ਅੰਦਰੋਂ ਸ਼ਾਂਤ ਹੋਣਾ ਸ਼ੁਰੂ ਹੋ ਜਾਏਗਾ। ਔਰ ਜਦੋਂ ਮਨ ਅੰਦਰੋਂ ਸ਼ਾਂਤ ਹੋਣਾ ਸ਼ੁਰੂ ਹੋ ਗਿਆ ਤਾਂ ਬਾਹਰ ਆਪੇ ਹੀ ਸ਼ਾਂਤੀ ਆਣੀ ਸ਼ੁਰੂ ਹੋ ਜਾਏਗੀ। ਪਰ ਨਹੀਂ, ਕੰਮ ਕੀ ਕਰਨਾ ਹੈ? ਘਰ 'ਚ ਸ਼ਾਂਤੀ ਹੈ ਨਹੀਂ, ਹੁਣ ਧਿਆਨ ਨਹੀਂ ਕਰਨਾ, ਸ਼ਾਂਤੀ ਹੈ ਨਹੀਂ, ਦੇਖਣਾ ਕੀ ਹੈ? ਇਦਾਂ ਦੇ ਸੀਰੀਅਲ ਦੇਖਣੇ ਜਿਹੜੇ ਹੋਰ ਜ਼ਿਆਦਾ ਟੈਨਸ਼ਨ ਪੈਦਾ ਕਰ ਦੇਣ, ਇਦਾਂ ਦੀਆਂ ਫਿਲਮਾਂ ਦੇਖਣੀਆਂ ਜਿਹੜੀਆਂ ਹੋਰ ਜ਼ਿਆਦਾ ਟੈਨਸ਼ਨ ਪੈਦਾ ਕਰ ਦੇਣ। ਕਿਉਂਕਿ ਹੁੰਦੀ ਕੁਝ ਵੀ ਨਹੀਂ ਜ਼ਿੰਦਗੀ 'ਚ ਪ੍ਰੋਬਲਮ, ਪਰ ਬੰਦਾ ਲੈ ਵੀ ਉਹ ਨਾਟਕ ਦੇਖਿਓ, ਉਹਦੀ ਸੱਸ ਇਦਾਂ ਕਰਦੀ ਹੈ, ਉਹ ਨਹੁੰ ਇਦਾਂ ਕਰਦੀ ਹੈ, ਇੱਥੇ ਬੰਦੇ ਨੇ ਕਿਤੇ ਮੇਰੀ ਨਹੁੰ ਨਾ ਇਦਾਂ ਕਰੇ,
मेरी सੱਸ ना इदां करे। ये सोच सोच के टेंशन बंदा वो नाटकां 'ਚ देखदा ना बंदा, वो लै भी फलाने मुंडे ने अपने माँ बाप नूं घरों कढ़ता, हाए किते साडा मुंडा ना कढ़ देवे। वो फलाने माँ बाप ने बच्चे नूं बेदखल करता, न्याणे सोचण है कि साडे माता पिता बेदखल ना कर देण। यानी वो चीज़ां असीं हमेशा अपने अंदर भरदे जा रहे हैं जिहड़ियां साडी चिंता नूं, साडी परेशानी नूं वधाउण वालीआं है। हुण काम वो कर रहे हैं जिहदे नाल साडीआं परेशानियां वधदियां है, तां चाहुंदे आ साडे जीवन 'ਚ खुशी आवे, शांति आवे। किद्दां आएगी? समझदे हो कि नहीं? इसलिए अगर समझदार इंसान हुंदा है ना, तो वो यही देखदा है कि 24 घंटे मेरे कोल है, ये 24 घंटिਆਂ ਦਾ मैं सही उपयोग करना सीख लवां। ਜਿਹੜਾ 24 ਘੰਟਿਆਂ ਦਾ ਸਹੀ उपयोग करना सीख ਲੈਂਦਾ, ਉਹ ਜੀਵਨ 'ਚ ਹਮੇਸ਼ਾ ਕਾਮਯਾਬ ਹੁੰਦਾ ਚਲਾ ਜਾਂਦਾ, ਉਹਦੇ ਜੀਵਨ 'ਚ ਖੁਸ਼ੀਆਂ ਆਂਦੀਆਂ ਚਲੀਆਂ ਜਾਂਦੀਆਂ ਹੈ। ਕਿਉਂਕਿ ਤੁਸੀਂ ਆਪ ਸੋਚ ਕੇ ਦੇਖੋ ਕਿ ਇੱਕ ਬੱਚਾ ਪਾਸ ਹੋਣਾ ਚਾਹੁੰਦਾ ਹੈ, ਹੁਣ ਦੋ ਬੱਚੇ ਹੈ, ਦੋਨੇ ਪਾਸ ਹੋਣਾ ਚਾਹੁੰਦੇ ਹੈ, ਦੋਨਾਂ ਕੋਲ 24 ਘੰਟੇ ਹੈ, ਪਰ ਇੱਕ ਬੱਚਾ ਹੈ ਜਿਹੜਾ ਹਰ ਵੇਲੇ ਟੀਵੀ ਦੇਖਦਾ, ਮੋਬਾਈਲ ਤੇ ਲੱਗਾ ਰਹਿੰਦਾ ਜਾਂ ਸੁੱਤਾ ਹੀ ਰਹਿੰਦਾ ਹੈ, ਤਾਂ ਦੂਜਾ ਹੈ ਕਿ ਜਿਹੜਾ 24 ਘੰਟਿਆਂ 'ਚੋਂ ਪੜ੍ਹਨ ਨੂੰ ਵੀ ਟਾਈਮ ਕੱਢਦਾ ਹੈ। ਤੇ ਇੱਥੋਂ ਹੀ ਪਤਾ ਲੱਗ ਜਾਂਦਾ ਹੈ ਕਿ ਜੇ ਦੋਨੇ ਪਾਸ ਹੋਣਾ ਚਾਹੁੰਦੇ ਆ, ਤਾਂ ਜਿਹੜਾ ਉਹ ਚੀਜ਼ ਵਾਸਤੇ ਟਾਈਮ ਕੱਢ ਰਿਹਾ ਹੈ ਜਿਹੜਾ ਉਹਨੂੰ ਪਾਸ ਹੋਣ ਵਿੱਚ ਮਦਦ ਕਰਨ ਵਾਲੀ ਹੈ, ਤਾਂ ਫਿਰ ਉਹ ਪਾਸ ਵੀ ਹੋ ਜਾਏਗਾ। ਹੁਣ ਤੁਸੀਂ ਖੁਸ਼ੀ ਚਾਹੁੰਦੇ ਹੋ, ਪਰ ਤੁਸੀਂ ਕੀ ਉਹ ਚੀਜ਼ਾਂ ਵਾਸਤੇ ਟਾਈਮ ਦਿੰਦੇ ਹੋ ਜਿਹੜੀ ਚੀਜ਼ ਤੁਹਾਡੇ ਜੀਵਨ ਖੁਸ਼ੀ ਲੈ ਕੇ ਆਵੇ? ਤੁਸੀਂ ਤੰਦਰੁਸਤੀ ਚਾਹੁੰਦੇ ਹੋ ਕਿ ਤੁਸੀਂ ਉਸ ਚੀਜ਼ ਨੂੰ ਟਾਈਮ ਦਿੰਦੇ ਹੋ ਜਿਹੜੀ ਚੀਜ਼ ਤੁਹਾਨੂੰ ਤੰਦਰੁਸਤ ਕਰੇ? ਤੁਸੀਂ ਸ਼ਾਂਤੀ ਚਾਹੁੰਦੇ ਹੋ ਕਿ ਤੁਸੀਂ ਉਸ ਚੀਜ਼ ਨੂੰ ਟਾਈਮ ਦਿੰਦੇ ਹੋ ਜੋ ਸ਼ਾਂਤੀ ਦੇਵੇ? ਅੱਜ ਹੁੰਦਾ ਕੀ ਹੈ, ਕਰ ਬੰਦਾ ਸਭ ਕੁਝ ਸਕਦਾ ਹੈ, ਪਰ ਬੰਦਾ ਕਰਨਾ ਨਹੀਂ ਚਾਹੁੰਦਾ। ਬੰਦਾ ਕਹਿੰਦਾ ਰੱਬ ਦੀ ਕਿਰਪਾ ਹੀ ਹੋ ਜਾਵੇ, ਰੱਬ ਦੀ ਮਿਹਰ ਹੀ ਹੋ ਜਾਵੇ, ਰੱਬ ਹੀ ਕਿਰਪਾ ਕਰ ਦੇਵੇ ਬਸ, ਕਿਉਂਕਿ ਉਹੀ ਕਿਰਪਾ ਕਰੇ ਤਾਂ ਸਭ ਕੁਝ ਠੀਕ ਹੈ। ਇਸ ਲਈ ਅਸੀਂ ਦੇਖਿਆ ਹੈ ਦੁਨੀਆ ਤੇ ਨਾ, ਕਿ ਦੇਖਿਆ ਹੈ ਕਿ ਦੋ ਤਰ੍ਹਾਂ ਦੇ ਜਿਹੜੇ ਇਨਸਾਨ ਹੈ ਦੁਖੀ ਰਹਿੰਦੇ ਆ, ਤਾਂ ਤੀਸਰੀ ਤਰ੍ਹਾਂ ਦਾ ਇਨਸਾਨ ਹਮੇਸ਼ਾ ਅੱਗੇ ਵੱਧਦਾ ਚਲਾ ਜਾਂਦਾ ਹੈ। ਦੋ ਤਰ੍ਹਾਂ ਦੇ ਇਨਸਾਨ ਜਿਹੜੇ ਦੁਖੀ ਰਹਿੰਦੇ ਹੈ, ਜੀਵਨ 'ਚ ਕਾਮਯਾਬ ਵੀ ਘੱਟ ਹੀ ਹੁੰਦੇ ਆ, ਬਲਕਿ ਹੁੰਦੇ ਹੀ ਨਹੀਂ ਹੈ, ਤਾਂ ਤੀਸਰੀ ਤਰ੍ਹਾਂ ਦਾ ਇਨਸਾਨ ਅੱਗੇ ਵੱਧਦਾ ਚਲਾ ਜਾਂਦਾ ਹੈ। ਪਹਿਲੀ ਤਰ੍ਹਾਂ ਦੇ ਇਨਸਾਨ ਜਿਹੜੇ ਕਾਮਯਾਬ ਨਹੀਂ ਹੁੰਦੇ, ਉਹ ਕਿਹੜੀ ਸੋਚ ਵਾਲੇ ਹੁੰਦੇ ਹੈ? ਉਹਨਾਂ ਦੀ ਸੋਚ ਕੀ ਹੁੰਦੀ ਹੈ? ਸਭ ਕੁਝ ਪ੍ਰਭੂ ਹੀ ਕਰੇਗਾ, ਸਭ ਕੁਝ ਪਰਮਾਤਮਾ ਹੀ ਕਰੇਗਾ, ਬੰਦੇ ਦੇ ਹੱਥ ਕੀ ਹੈ? ਸਭ ਕੁਝ ਕਰਨ ਵਾਲਾ ਰੱਬ ਹੈ, ਜੇ ਉਹ ਨਾ ਚਾਹੇ ਕੀ ਹੋ ਸਕਦਾ ਹੈ? ਇਸ ਲਈ ਜੋ ਕਰਨਾ ਆ ਉਹ ਰੱਬ ਨੇ ਹੀ ਕਰਨਾ ਹੈ, ਬਸ ਉਹ ਰੱਬ ਤੇ ਹੀ ਛੱਡ ਦਿੰਦੇ ਹੈ, ਕਿਉਂਕਿ ਕਿਰਪਾ ਹੀ ਕਰੇਗੀ। ਜ਼ਰਾ ਹੁਣ ਸੋਚਣਾ, ਹੁਣ ਬੰਦਾ ਸੋਚ ਕੇ ਦੇਖੇ ਜ਼ਰਾ ਕਿ ਸਭ ਕੁਝ ਰੱਬ ਹੀ ਕਰੇਗਾ, ਤਾਂ ਭਾਈ ਤੂੰ ਕੀ ਕਰਨਾ ਹੈ ਫਿਰ? ਤੈਨੂੰ ਕਿਸ ਵਾਸਤੇ ਪ੍ਰਮਾਤਮਾ ਨੇ ਹੱਥ ਪੈਰ ਦਿੱਤੇ ਹੈ? ਜੇ ਰੱਬ ਨਹੀਂ ਕਰਨਾ ਹੁੰਦਾ ਤਾਂ ਰੱਬ ਤੈਨੂੰ ਅਪੰਗ ਬਣਾ ਕੇ, ਰੱਬ ਤੇਰੇ ਹੱਥਾਂ ਪੈਰਾਂ ਨੂੰ ਅਧਰੰਗ ਕਰਕੇ ਲਕਵਾ ਮਾਰ ਕੇ ਬਿਠਾ ਦਿੰਦਾ ਤੈਨੂੰ ਬੈੱਡ ਤੇ ਕਿ ਤੈਨੂੰ ਕੁਝ ਕਰਨ ਦੀ ਲੋੜ ਨਹੀਂ, ਜੋ ਕਰਨਾ ਆ ਭਾਈ ਮੈਂ ਹੀ ਕਰਨਾ ਹੈ। ਪਰ ਤੁਹਾਨੂੰ ਹੱਥ ਪੈਰ ਦਿੱਤੇ ਚੱਲਣ ਫਿਰਨ ਵਾਸਤੇ, ਅੱਖਾਂ ਦਿੱਤੀਆਂ ਦੇਖਣ ਵਾਸਤੇ, ਕੰਨ ਦਿੱਤੇ ਸੁਣਨ ਵਾਸਤੇ, ਜ਼ੁਬਾਨ ਦਿੱਤੀ ਬੋਲਣ ਵਾਸਤੇ। ਇਹਦਾ ਮਤਲਬ ਜੇ ਰੱਬ ਨੇ ਹੱਥ ਪੈਰ ਚਲਾਏ ਹੈ ਤਾਂ ਇਸ ਲਈ ਨਹੀਂ ਕਿ ਮੈਂ ਹੀ ਸਭ ਕੁਝ ਕਰਨਾ, ਤੂੰ ਕਰਨਾ ਹੀ ਕੁਝ ਨਹੀਂ। ਫਿਰ ਤਾਂ ਤੂੰ ਬਹਿ ਜਾ ਇੱਕ ਪਾਸੇ ਬਿਮਾਰ ਹੋ ਕੇ ICU ਦੇ ਵਿੱਚ, ਫਿਰ ਤਾਂ ਕਹੇਗਾ ਰੱਬ ਹੀ ਕਰੇਗਾ ਸਭ ਕੁਝ। ਪਰ ਨਹੀਂ, ਰੱਬ ਨੇ ਸਾਨੂੰ ਹੱਥ ਪੈਰ ਦਿੱਤੇ ਹੈ, ਇਹਦਾ ਮਤਲਬ ਇਹਦੇ ਪਿੱਛੇ ਰਾਜ ਹੈ ਕੋਈ। ਇਸ ਲਈ ਪਹਿਲਾ ਇਨਸਾਨ ਉਹ ਕਦੀ ਜੀਵਨ 'ਚ ਕਾਮਯਾਬ ਨਹੀਂ ਹੁੰਦਾ, ਉਹਦੇ ਜੀਵਨ 'ਚ ਕਦੀ ਖੁਸ਼ੀਆਂ ਨਹੀਂ ਆਉਂਦੀਆਂ ਜਿਹੜਾ ਸਭ ਕੁਝ ਰੱਬ ਤੇ ਛੱਡ ਦਿੰਦਾ ਹੈ ਕਿ ਰੱਬ ਹੀ ਕਰੇਗਾ ਸਭ ਕੁਝ। ਅਸੀਂ ਕੀ ਕਰਨਾ ਹੈ? ਮੈਨੂੰ ਕੀ ਕਰਨ ਦੀ ਲੋੜ ਹੈ? ਤਾਂ ਉਹੀ ਕਰੇਗਾ। ਉਹ ਸਭ ਕੁਝ ਨਾ ਕਿਸਮਤ ਤੇ ਛੱਡ ਦਿੰਦਾ। ਜੇ ਕਿਸਮਤ 'ਚ ਹੋਇਆ ਤਾਂ ਮਿਲ ਜਾਏਗਾ, ਜੇ ਕਿਸਮਤ 'ਚ ਹੋਇਆ ਤਾਂ ਹੋ ਜਾਏਗਾ। ਇਹ ਤਾਂ ਬੱਚਾ ਸੋਚੇ ਬੇਟਾ ਪੜ੍ਹਦਾ ਕਿਉਂ ਨਹੀਂ? ਲੈ ਕਿਸਮਤ 'ਚ ਹੋਇਆ ਪਾਸ ਹੋ ਜਾਵਾਂਗੇ, ਪੜ੍ਹਨ ਦੀ ਲੋੜ ਕੀ ਹੈ? ਕਾਪੀ ਕਿਤਾਬ ਨੂੰ ਹੱਥ ਲਾਉਣ ਦੀ ਲੋੜ ਕੀ ਹੈ? ਰੱਬ ਨੇ ਚਾਹਿਆ ਤਾਂ ਪਾਸ ਹੋ ਜਾਵਾਂਗੇ। ਕਈ ਇੱਦਾਂ ਦੇ ਹੁੰਦੇ ਹੈ। ਹੁਣ ਪਹਿਲੀ ਕਿਸਮ ਦੇ ਇਨਸਾਨ ਹੁੰਦੇ ਜਿਹੜੇ ਸਭ ਕੁਝ ਰੱਬ ਤੇ ਛੱਡ ਦਿੰਦੇ ਹੈ ਕਿ ਜੋ ਕਰਨਾ ਆ ਰੱਬ ਨੇ ਹੀ ਕਰਨਾ ਹੈ। ਤਾਂ ਦੂਸਰੀ ਕਿਸਮ ਦੇ ਇਨਸਾਨ ਕਿਹੜੇ ਹੁੰਦੇ ਹੈ? ਜਿਹੜੇ ਕਹਿੰਦੇ ਹੈ ਕਿ ਰੱਬ ਰੂਪ ਹੈ ਨਹੀਂ ਕੋਈ ਵੀ, ਜੋ ਕਰਨਾ ਆ ਮੈਂ ਹੀ ਕਰਨਾ ਆ, ਇਹ ਮੇਰੇ ਕਰਨਾ ਹੀ ਹੋਣਾ ਆ। ਇਹ ਦੂਸਰੀ ਕਿਸਮ ਦੇ ਇਨਸਾਨ ਹੈ ਜਿਹੜੇ ਰੱਬ ਨੂੰ ਮੰਨਦੇ ਹੀ ਨਹੀਂ ਹੈ, ਰੱਬ ਤੇ ਵਿਸ਼ਵਾਸ ਕਰਦੇ ਨਹੀਂ। ਉਹ ਆਪਣੇ ਹੰਕਾਰ ਨਾਲ ਹੀ ਭਰੇ ਹੈ ਕਿ ਲੈ ਜੋ ਕਰਨਾ ਮੈਂ ਹੀ ਕਰਨਾ, ਮੈਂ ਕਰੂੰਗਾ ਤਾਂ ਹੋਣਾ, ਮੈਂ ਨਹੀਂ ਕੀਤਾ ਤਾਂ ਨਹੀਂ ਹੋਣਾ। ਇਹ ਮੇਰੇ ਨਾਲ ਹੀ ਘਰ ਚੱਲਣਾ ਹੈ, ਇਹ ਮੇਰੇ ਨਾਲ ਹੀ ਪਰਿਵਾਰ ਚੱਲਣਾ ਹੈ, ਇਹ ਮੇਰੇ ਨਾਲ ਹੀ ਮੇਰੀ ਦੁਕਾਨ ਚੱਲਣੀ ਹੈ, ਇਹ ਮੇਰੇ ਨਾਲ ਹੀ ਕੰਮਕਾਰ ਚੱਲਣੇ ਹੈ। ਉਹਨੂੰ ਇਦਾਂ ਲੱਗਦਾ ਇਹਦਾ ਪੂਰਾ ਸੰਸਾਰ ਮੇਰੇ ਨਾਲ ਹੀ ਚੱਲਦਾ ਹੈ। ਪਤਾ ਉਹਦੀ ਆਦਤ ਕਿੱਦਾਂ ਦੀ ਹੁੰਦੀ? ਜਿੱਦਾਂ ਇੱਕ ਮਾਈ ਸੀ, ਅਸੀਂ ਕਈ ਵਾਰ ਸਤਸੰਗ 'ਚ ਦੱਸਿਆ ਹੈ, ਪਰ ਇੱਥੇ ਗੱਲ ਚੱਲੀ ਤਾਂ ਥੋੜਾ ਸਮਝਣਾ ਆਸਾਨ ਹੋ ਜਾਏਗਾ। ਇੱਕ ਮਾਈ ਸੀ, ਉਹਦੇ ਕੋਲ ਨਾ ਇੱਕ ਮੁਰਗਾ ਸੀ। ਮੁਰਗਾ ਉਹ ਨਾ ਜਿਸ ਪਿੰਡ 'ਚ ਰਹਿੰਦੀ ਸੀ, ਤਾਂ ਪਹਿਲੇ ਸਮੇਂ 'ਚ ਤੁਹਾਨੂੰ ਵੀ ਪਤਾ ਕਿ ਮੁਰਗਾ ਨਾ ਸੂਰਜ ਚੜ੍ਹਨ ਦੇ ਨਾਲ ਹੀ ਬਾਂਗ ਦਿੰਦੇ ਹੁੰਦੇ ਸੀ ਪਹਿਲੇ ਸਮੇਂ 'ਚ। ਹੁਣ ਤਾਂ ਮੁਰਗੇ ਵੀ ਬੰਦੇ ਨੂੰ ਦੇਖ ਕੇ ਥੋੜਾ ਉਹਨਾਂ ਦੀ ਆਦਤਾਂ ਵੀ ਵਿਗੜ ਗਈਆਂ। ਸਮਝਦੇ ਹੋ? ਉਹ ਵੀ ਬੇਟਾਈਮੀ ਬਾਂਗ ਜੀ ਦੇਣੀ ਸ਼ੁਰੂ ਕਰ ਦਿੰਦੇ ਹੋ, ਕਿਉਂਕਿ ਕਹਿੰਦੇ ਬੰਦੇ ਦੇ ਸੌਣ ਉੱਠਣ ਦਾ ਟਾਈਮ ਹੀ ਕੋਈ ਹੈ ਨਹੀਂ। ਕੋਈ ਰਾਤ ਨੂੰ 12 ਵਜੇ ਸੌ ਕੇ ਸਵੇਰ ਨੂੰ 8 ਵਜੇ ਉੱਠਦਾ, ਤਾਂ ਹੁਣ ਮੈਂ ਕਿਹਨੂੰ ਬਾਂਗ ਸੁਣਾਵਾਂ?
इसलिए अजकल मुर्गे भी थोड़ा बंदे के सिस्टम को देख के ना वो हो गए है। ये तो पहला समा सी कि सूरज चढ़न दे नाल ही मुर्गे बांग दिंदे हुंदे सी और बंदे उठ जाते सी, लै भी मुर्गा बांग दे रहा, मतलब सूरज चढ़ गया। सो उस नगर दे विच छोटा जिहा पिंड सी, इक्को ही मुर्गा सी माई दे कोल, ਉਹ ਬਿਰਧ ਮਾਈ ਦੇ ਕੋਲ। ਤਾਂ ਜਦੋਂ ਮੁਰਗਾ ਬਾਂਗ ਦਿੰਦਾ ਸੀ ਤਾਂ ਸੂਰਜ ਚੜ੍ਹਦਾ ਸੀ। ਜਰਾ ਹੁਣ ਗੌਰ ਕਰਨਾ, ਤਾਂ ਮਾਈ ਨੂੰ ਹੰਕਾਰ ਸੀ, ਮਾਈ ਦੇ ਅੰਦਰ ਹੰਕਾਰ ਸੀ ਕਿ ਮੇਰਾ ਮੁਰਗਾ ਬੜਾ ਸ਼ਕਤੀਸ਼ਾਲੀ ਹੈ, ਇਹ ਮੇਰਾ ਮੁਰਗਾ ਬੜਾ ਸ਼ਕਤੀਸ਼ਾਲੀ ਹੈ, ਮੇਰਾ ਮੁਰਗਾ ਬੋਲਦਾ ਤਾਂ ਹੀ ਸੂਰਜ ਚੜ੍ਹਦਾ ਹੈ। ਤਾਂ ਜੇ ਮੇਰਾ ਮੁਰਗਾ ਨਾ ਹੋਵੇ ਤਾਂ ਫਿਰ ਗਾਉਂ 'ਚ ਕਦੀ ਸੂਰਜ ਚੜ੍ਹੇ ਹੀ ਨਾ। ਇਸ ਲਈ ਮਾਈ ਹਮੇਸ਼ਾ ਨਾ ਨਗਰ ਦੇ ਵਿੱਚ ਇੱਦਾਂ ਰਹਿੰਦੀ ਸੀ कि जिदा लै भी मैं ही है नगर च सूरज चढ़ाने वाली हाँ, मेरे को मुर्गा है, जे मुर्गा ना हो तुसीं सारे अंधेरे च मरो। एक दिन नगर वाले ने माई की लड़ाई हो गई, तो माई गुस्से च की कहती है, मुर्गे नूं चक्या, अपना समान चक्या, कहती चली मैं नगर छड्ड के, हुण देखियो अंधेरे च मरोगे तुसीं, है लै चली मैं अपने मुर्गे नूं। कह के माई मुर्गे नूं लैके चली गई दूर, दूजे नगर चली गई। दूजे नगर च जाके जदों माई ने कुल्ली पाई, उत्थे रहना शुरू किया। तो रात नूं माई सुती, सवेर हुई, सूरज चढ़िया, मुर्गे ने बांग दी। जो बांग दी माई बड़ी खिलखिला के हसी। तो किसी ने पूछा माई हस क्यों रही है? वो कहती लै हसदी मैं इसलिए हाँ कि मेरा मुर्गा इस पिंड च बांग दे रहा, सूरज इत्थे चढ़िया, मरदे होणगे हनेरे च, हुण पछतांदे होणगे कित्थे माई तोड़ दी, वो साडे पिंड च तां सूरज नहीं चढ़िया, सूरज तां हुण इस पिंड च चढ़ गया। हुण जरा गौर करना, क्योंकि इहनूं कहंदे छोटी सोच कि जिथे मैं आ सूरज उत्थे चढ़ना, होर तां किते। ਜਦੋਂ ਬੰਦਾ ਸੋਚੇ ਕਿ ਆਹ ਪਿੰਡ 'ਚ ਹੀ ਇਸ ਵੇਲੇ ਸੂਰਜ ਆ, ਹਵਾ ਚੱਲ ਰਹੀ ਹੈ, ਬਾਕੀ ਪਿੰਡਾਂ 'ਚ ਤਾਂ ਹਵਾ ਬੰਦ ਹੋਣੀ ਹੈ, ਹਨੇਰਾ ਹੋਣਾ ਹੈ, ਤੇ ਬੰਦੇ ਦੀ ਛੋਟੀ ਸੋਚ ਹੈ। ਹੁਣ ਜਿੱਦਾਂ ਮਾਈ ਸੋਚ ਕੇ ਬੈਠੀ ਸੀ ਕਿ ਲੈ ਵੀ ਮੇਰੇ ਮੁਰਗੇ ਨਾਲ ਹੀ ਸੂਰਜ ਚੜ੍ਹਦਾ ਹੈ, ਹਾਲਾਂਕਿ ਕਹਾਣੀ ਉਲਟੀ ਹੈ, ਸੂਰਜ ਚੜ੍ਹਦਾ ਮੁਰਗਾ ਤਾਂ ਬੋਲਦਾ ਹੈ। ਇਹ ਨਹੀਂ ਕਿ ਮੁਰਗਾ ਬੋਲਦਾ ਤਾਂ ਸੂਰਜ ਚੜ੍ਹਦਾ, ਕਿਉਂਕਿ ਸੂਰਜ ਨੂੰ ਮੁਰਗੇ ਨਾਲ ਕੀ ਹੈ, ਸੂਰਜ ਮੂਹਰੇ ਤਾਂ ਧਰਤੀ ਇੰਨੀ ਕੁ ਹੈ। ਕਦੀ ਦੇਖੋ, ਇਹ ਅਗਰ ਤੁਸੀਂ ਦੇਖੋਗੇ ਨਾ ਇੱਕ ਪਾਸੇ ਸੂਰਜ ਦੀ ਤਸਵੀਰ ਦੇਖੋ ਤੁਸੀਂ, ਤਾਂ ਕਹਿੰਦੇ ਆ ਕਿ ਇਹ ਧਰਤੀ ਤੋਂ ਕਿੰਨੇ ਹਜ਼ਾਰ ਗੁਣਾ ਬੜਾ ਹੈ ਸੂਰਜ। ਔਰ ਇੱਕ ਜਗ੍ਹਾ ਤੇ ਅਸੀਂ ਪੜ੍ਹ ਰਹੇ, ਕਹਿੰਦੇ ਇਦਾਂ ਦੀਆਂ 13 ਲੱਖ ਪ੍ਰਿਥਵੀਆਂ, ਇਦਾਂ ਦੀਆਂ 13 ਲੱਖ ਪ੍ਰਿਥਵੀਆਂ ਅਗਰ ਇਕੱਠੀਆਂ ਕੀਤੀਆਂ ਜਾਣ ਤਾਂ ਫਿਰ ਇੱਕ ਸੂਰਜ ਦੇ ਬਰਾਬਰ ਬਣਦੀਆਂ। ਤੇ ਇਹਦਾ ਮਤਲਬ ਕੀ ਹੈ? 13 ਲੱਖ ਕੋਈ ਛੋਟੀ ਗੱਲ ਨਹੀਂ ਹੁੰਦੀ, 13 ਹੀ ਪਹਿਲਾਂ ਤਾਂ ਬਹੁਤ ਬੜੀ ਗੱਲ ਹੈ, ਸਮਝਦੇ ਹੋ ਕਿ ਨਹੀਂ? ਇਹ ਇਦਾਂ ਸਮਝ ਲਓ, ਇੱਕ ਬੰਦਾ ਇੱਕ ਪਾਸੇ ਖੜਾ ਹੋਵੇ, ਉਧਰ 13 ਲੱਖ ਬੰਦੇ ਖੜੇ ਕੀਤੇ ਜਾਣ ਤਾਂ ਫਿਰ ਬੰਦਾ ਕਹੇ 13 ਲੱਖ ਬੰਦੇ ਮਿਲ ਕੇ ਇੱਕ ਦੇ ਬਰਾਬਰ ਹੈ। ਇਦਾਂ ਹੈ ਸੂਰਜ ਦੇ ਸਾਹਮਣੇ ਧਰਤੀ। ਯਾਨੀ ਅਗਰ ਦੇਖਿਆ ਜਾਵੇ ਰਾਈ ਦਾ ਦਾਣਾ ਔਰ ਇੱਧਰ ਸੂਰਜ, ਇੱਧਰ ਧਰਤੀ ਹੋਵੇ ਤਾਂ ਰਾਈ ਦੇ ਦਾਣੇ ਬਰਾਬਰ ਨਜ਼ਰ ਵੀ ਨਹੀਂ ਆਉਂਦੀ ਸਾਹਮਣੇ ਕਿ ਆਹ ਧਰਤੀ ਹੈ ਸੂਰਜ ਦੇ ਸਾਹਮਣੇ, ਸੂਰਜ ਐਡਾ ਬੜਾ ਹੈ। ਇਹ ਕੁਦਰਤ ਹੈ। ਹੁਣ ਜਰਾ ਸੋਚਣ ਵਾਲੀ ਗੱਲ ਹੈ ਕਿ ਸੂਰਜ ਦੇ ਸਾਹਮਣੇ ਪੂਰੀ ਦੁਨੀਆ, ਪੂਰੀ ਧਰਤੀ ਬੜੀ ਛੋਟੀ ਜਿਹੀ ਹੈ। ਫਿਰ ਪੂਰੀ ਧਰਤੀ ਦੇ ਉੱਪਰ ਜੇ ਬੰਦਾ ਦੇਖੇ ਕਿ ਆਪਣਾ ਦੇਸ਼ ਇੰਡੀਆ ਬੜਾ ਛੋਟਾ ਜਿਹਾ ਹੈ, ਫਿਰ ਇੰਡੀਆ ਦੇ ਵਿੱਚ ਪੰਜਾਬ ਲੱਭਣਾ ਬੜਾ ਛੋਟਾ ਜਿਹਾ ਹੈ, ਫਿਰ ਪੰਜਾਬ ਦੇ ਵਿੱਚ ਪਿੰਡ ਲੱਭਣਾ ਬੜਾ ਛੋਟਾ ਜਿਹਾ ਹੈ। ਪਰ ਬੰਦਾ ਹੈ ਕਿ ਮਾਂ ਨੇ ਤਾਂ ਕਰਦਾ ਤਾਂ ਮੈਂ ਹੀ ਹਾਂ ਸਭ ਕੁਝ, ਮੇਰੇ ਵਰਗਾ ਹੋਰ ਕੋਈ ਹੈ ਹੀ ਨਹੀਂ। ਉਹ ਨਕਸ਼ੇ ਤੇ ਲੱਭ ਕੇ ਤਾਂ ਦੇਖ ਤੂੰ, ਜ਼ਰਾ ਗੌਰ ਕਰਨਾ। ਸੋ ਦੱਸਣਾ ਕੀ ਚਾਹੁੰਦੇ ਆ ਕਿ ਇੱਕ ਬੰਦਾ ਮਾਣ ਕਰਦਾ ਹੈ ਕਿ ਲੈ ਵੀ ਜੋ ਕਰਨਾ ਈਸ਼ਵਰ ਨੇ ਕਰਨਾ ਹੈ, ਦੂਜਾ ਕਹਿੰਦਾ ਹੈ ਜੋ ਕਰਨਾ ਆ ਮੈਂ ਹੀ ਕਰਨਾ ਹੈ, ਮੈਂ ਕੋਈ ਜਿੱਦਾਂ ਹੁੰਦਾ ਨਾ ਹੰਕਾਰੀ ਬੰਦਾ, ਮੇਰੇ ਕਰਨ ਨਹੀਂ ਸਭ ਕੁਝ ਹੋਣਾ ਹੈ। ਇਹ ਦੋ ਪ੍ਰਕਾਰ ਦੇ ਬੰਦੇ ਹਮੇਸ਼ਾ ਜੀਵਨ 'ਚ ਖਾਲੀ ਰਹਿ ਜਾਂਦੇ ਹੈ। ਪਰ ਤੀਸਰੀ ਪ੍ਰਕਾਰ ਦਾ ਜਿਹੜਾ ਇਨਸਾਨ ਹੁੰਦਾ ਹੈ ਨਾ, ਉਹ ਜੀਵਨ 'ਚ ਹਮੇਸ਼ਾ ਕਾਮਯਾਬ ਹੁੰਦਾ ਹੈ। ਕਿਉਂਕਿ ਉਹ ਕੀ ਕਰਦਾ ਹੈ, ਜਿੱਦਾਂ ਤੁਸੀਂ ਦੇਖਿਆ ਨਾ ਤਰਾਜੂ ਹੁੰਦਾ ਹੈ, ਇੱਕ ਪੱਲਾ ਇੱਧਰ ਇੱਕ ਪੱਲਾ ਇੱਧਰ, ਪਰ ਗੱਬੇ ਹੁੰਦਾ ਇੱਕ ਉਹ ਕਾਂਟਾ, ਕਿ ਇੱਕ ਵੀ ਪਲੜਾ ਭਾਰੀ ਹੋਵੇ ਤਾਂ ਸੌਦਾ ਪੂਰਾ ਨਹੀਂ ਹੁੰਦਾ। ਇਸ ਲਈ ਕਹਿੰਦੇ ਤਰਾਜੂ ਦਾ ਪਲੜਾ ਦੋਨੇ ਹੀ ਬਰਾਬਰ ਚਾਹੀਦੇ ਹੈ, ਫਿਰ ਹੀ ਸੌਦਾ ਪੂਰਾ ਹੁੰਦਾ ਹੈ। ਇਹਦੇ ਜੀਵਨ ਸੰਪੂਰਨ ਕਿਹਦਾ ਮੰਨਿਆ ਜਾਂਦਾ ਹੈ? ਜੇ ਇੱਕ ਪਾਸੇ ਬੰਦਾ ਕਹੇ ਕਿਰਪਾ, ਪ੍ਰਭੂ ਦੀ ਕਿਰਪਾ ਹੀ ਸਭ ਕੁਝ ਕਰਨੀ ਹੈ, ਤਾਂ ਸਮਝ ਲਓ ਕਿਰਪਾ ਵਾਲਾ ਪਲੜਾ ਭਾਰੀ ਹੈ, ਤਾਂ ਦੂਜਾ ਪਲੜਾ ਹਲਕਾ, ਫਿਰ ਵੀ ਸੌਦਾ ਪੂਰਾ ਨਹੀਂ ਹੋਇਆ। ਤਾਂ ਜੇ ਇਹ ਪਲੜੇ ਨੂੰ, ਕਿਰਪਾ ਵਾਲੇ ਪਲੜੇ ਨੂੰ ਹਲਕਾ ਕਰਦੇ ਬੰਦਾ ਕਿ ਲੈ ਜੋ ਕਰਨਾ ਹੈ ਮੈਂ ਹੀ ਕਰਨਾ, ਰੱਬ ਤਾਂ ਹੈ ਹੀ ਨਹੀਂ, ਤਾਂ ਆਪਣੀ ਮੈਂ ਵਾਲੇ ਪਲੜੇ ਨੂੰ ਬੰਦਾ ਭਾਰੀ ਕਰ ਲੈਂਦਾ ਹੈ, ਤਾਂ ਕਿਰਪਾ ਵਾਲਾ ਪਲੜਾ ਹਲਕਾ ਹੋ ਜਾਂਦਾ ਹੈ। ਤਾਂ ਜਿਹੜਾ ਸਮਝਦਾਰ ਬੰਦਾ ਹੁੰਦਾ ਨਾ, ਕਿਹੜਾ ਸੌਦਾ ਪੂਰਾ ਕਰਦਾ ਹੈ? ਸੌਦਾ ਉਹ ਪੂਰਾ ਕਰਦਾ ਜਿਹੜਾ ਕਹਿੰਦਾ ਹੈ ਕਿ ਪ੍ਰਭੂ ਦੀ ਕਿਰਪਾ ਔਰ ਮੇਰੀ ਮਿਹਨਤ, ਮੇਰੀ ਕੋਸ਼ਿਸ਼। ਸਮਝਦੇ ਹੋ ਕਿ ਨਹੀਂ? ਕਿ ਪ੍ਰਭੂ ਦੀ ਕਿਰਪਾ ਔਰ ਮੇਰੀ ਮਿਹਨਤ, ਮੇਰੀ ਕੋਸ਼ਿਸ਼, ਜਦੋਂ ਇਹ ਦੋਨੇ ਚੀਜ਼ਾਂ ਚੱਲਣਗੀਆਂ ਤਾਂ ਫਿਰ ਮੈਨੂੰ ਜੀਵਨ 'ਚ ਕਾਮਯਾਬੀ ਵੀ
ਜ਼ਰੂਰ ਮਿਲੇਗੀ, ਕਿਉਂਕਿ ਕੋਸ਼ਿਸ਼ ਮੈਨੂੰ ਕਰਨੀ ਪੈਣੀ ਹੈ। ਰੱਬ ਨੇ ਮੈਨੂੰ ਹੱਥ ਪੈਰ ਦਿੱਤੇ ਹੈ, ਰੱਬ ਨੇ ਮੈਨੂੰ ਦੇਖਣ ਸੋਚਣ ਸਮਝਣ ਦੀ ਸ਼ਕਤੀ ਦਿੱਤੀ ਹੈ, ਕਰਮ ਮੈਨੂੰ ਕਰਨਾ ਪੈਣਾ ਹੈ, ਪਰ ਕਿਰਪਾ ਮੇਰੇ ਮਾਲਕ ਨੇ ਕਰਨੀ ਹੈ। ਔਰ ਮੈਨੂੰ ਯਕੀਨ ਹੈ ਕਿ ਜੇ ਮੈਂ ਮਿਹਨਤ ਕਰੂੰਗਾ, ਉਹਦੀ ਕਿਰਪਾ ਹੋਏਗੀ ਤਾਂ ਮੈਨੂੰ ਕਾਮਯਾਬੀ ਵੀ ਜ਼ਰੂਰ ਮਿਲ ਜਾਏਗੀ। ਜਦੋਂ ਇਹ ਤਿੰਨੇ ਹੀ ਚੀਜ਼ਾਂ ਇਨਸਾਨ ਆਪਣੇ ਮਨ 'ਚ ਵਿਚਾਰ ਕਰ ਲੈਂਦਾ ਨਾ, ਇੱਕ ਮੈਂ ਆ, ਦੂਜੀ ਮੇਰੀ ਮਿਹਨਤ ਹੈ, ਤੀਜੀ ਮੇਰੇ ਮਾਲਕ ਦੀ ਕਿਰਪਾ ਹੈ, ਇਹ ਤਿੰਨੇ ਹੀ ਚੀਜ਼ਾਂ ਮਿਲ ਕੇ ਸੌਦੇ ਨੂੰ ਜਾਂ ਜੀਵਨ ਨੂੰ ਸੰਪੂਰਨ ਬਣਾਉਂਦੀਆਂ ਹੈ। ਜੇ ਇੱਕ ਵੀ ਚੀਜ਼ ਘੱਟ ਹੈ ਤਾਂ ਤੁਹਾਡਾ ਜੀਵਨ ਜਿਹੜਾ ਹੈ ਇਹ ਸੰਪੂਰਨ ਨਹੀਂ ਹੈ। ਇਹ ਗੱਲ ਹਮੇਸ਼ਾ ਯਾਦ ਰੱਖਣਾ ਤੁਸੀਂ। ਤਾਂ ਹੀ ਤਾਂ ਗੁਰੂ ਰਹਿਬਰ ਇਹ ਗੱਲ ਹਮੇਸ਼ਾ ਕਹਿੰਦੇ ਆਏ ਕਿ ਮਿਹਨਤ ਮੇਰੀ, ਰਹਿਮਤ ਤੇਰੀ। ਇਸ ਲਈ ਇੱਥੇ ਕਬੀਰ ਸਾਹਿਬ ਵੀ ਇਹੀ ਗੱਲ ਦੱਸਦੇ ਕਿ ਐ ਪਿਆਰਿਆ, ਜੇ ਪ੍ਰਭੂ ਦੀ ਕਿਰਪਾ ਨੂੰ ਪਾਣਾ ਹੈ, ਪ੍ਰਭੂ ਦੀ ਬਖਸ਼ਿਸ਼ ਨੂੰ ਪਾਣਾ ਹੈ, ਤਾਂ ਪਹਿਲਾਂ ਆਪਣੇ ਅੰਦਰ ਵਿਚਾਰ ਕਰ, ਤੂੰ ਬਖਸ਼ਿਸ਼ ਤਾਂ ਚਾਹੁੰਦਾ ਹੈ, ਪਰ ਕਰਮ ਕੀ ਕਰ ਰਿਹਾ ਉਹਦੇ ਵਾਸਤੇ? ਕਿ ਸਮੇਂ ਸਿਰ ਸਤਸੰਗ ਜਾਂਦਾ ਹੈ, ਸਮੇਂ ਸਿਰ ਪ੍ਰਭੂ ਦਾ ਸਿਮਰਨ ਕਰਦਾ ਹੈ, ਕਿ ਸਮੇਂ ਸਿਰ ਤੂੰ ਦਾਨ ਪੁੰਨਿਆ ਦਾ ਕੋਈ ਕੰਮ ਕਰਦਾ ਹੈ? ਕਿਉਂਕਿ ਜਿੰਨੇ ਤੂੰ ਪੁੰਨਿਆ ਦੇ ਕੰਮ ਕਰਦਾ ਹੈ, ਜਿੰਨੇ ਤੂੰ ਅੱਛਾਈ ਦੇ ਕੰਮ ਕਰਦਾ, ਉਨਾ ਤੇਰੇ ਜੀਵਨ 'ਚ ਖੁਸ਼ੀਆਂ ਵੱਧਦੀਆਂ ਚਲੀਆਂ ਜਾਂਦੀਆਂ, ਉਨਾ ਤੇਰੇ ਜੀਵਨ 'ਚ ਕਾਮਯਾਬੀ ਆਉਂਦੀ ਹੈ। ਤਾਂ ਜੇ ਅਸੀਂ ਬਿਨਾਂ ਸਿਮਰਨ ਤੋਂ, ਬਿਨਾਂ ਸਤਸੰਗਤ ਤੋਂ, ਬਿਨਾਂ ਦਾਨ ਪੁੰਨ ਤੋਂ ਸੋਚੀਏ ਕਿ ਪ੍ਰਭੂ ਦੀ ਕਿਰਪਾ ਮਿਲ ਜਾਵੇ, ਮੇਰੇ ਜੀਵਨ 'ਚ ਕਲਿਆਣ ਹੋ ਜਾਵੇ, ਮੈਨੂੰ ਤਰੱਕੀ ਮਿਲੇ, ਤਾਂ ਫਿਰ ਕਬੀਰ ਸਾਹਿਬ ਕਹਿੰਦੇ ਕਦੀ ਹੋ ਹੀ ਨਹੀਂ ਸਕਦਾ। ਜਿੱਦਾਂ ਬਿਨਾਂ ਫੁੱਲਾਂ ਤੋਂ ਖੁਸ਼ਬੂ ਨਹੀਂ ਮਿਲਦੀ, ਇਸੇ ਤਰ੍ਹਾਂ ਬਿਨਾਂ ਅੱਛਾਈ ਤੋਂ, ਬਿਨਾਂ ਨੇਕੀਆਂ ਤੋਂ ਉਹਦੀ ਕਿਰਪਾ ਨੂੰ ਹਾਸਲ ਕਰਨਾ ਮੁਸ਼ਕਿਲ ਹੈ। ਔਰ ਜਦੋਂ ਇਨਸਾਨ ਨੇਕੀ ਦਾ ਕਰਮ ਕਰਦਾ ਚਲਾ ਜਾਂਦਾ ਹੈ ਤਾਂ ਫਿਰ ਇਨਸਾਨ ਦੇ ਜੀਵਨ 'ਚ ਖੁਸ਼ੀਆਂ ਵੀ ਆਉਂਦੀਆਂ ਚਲੀਆਂ ਜਾਂਦੀਆਂ ਹੈ। ਔਰ ਜਿੱਦਾਂ ਅਸੀਂ ਦੱਸ ਰਹੇ ਸੀ ਸੁਲਤਾਨ ਬਾਹੂ, ਉਹਨਾਂ ਦੀ ਕਹਾਣੀ ਤੇ ਆ ਜਾਈਏ ਕਿ ਜਦੋਂ नौजवान ने जाके सुल्तान बाहू ਨੂੰ ਪੁੱਛਿਆ। वीडियो अच्छी लगी हो तो कृपया इसे शेयर जरूर करें। आपके शेयर करने से अगर किसी की जिंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें और वीडियो देखने के लिए सर्व संजय दरबार कांटियां शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय माता दी।